received my visa of Ukraine, and I got this service from DC Immigration from Mr. Abhishek. And the service is really good and so transparent. I will get my visa in just 1 month, and you should also visit on this office. Thank you so much. Thank you so much. ਜੀ ਮੇਰਾ ਨਾਮ ਜੈਦੀਪ, ਮੈਂ ਜ਼ਿਲ੍ਹਾ ਕਪੂਰਥਲਾ ਪਿੰਡ ਨਟਾਲੇ ਤੋਂ ਰਹਿਣ ਵਾਲਾ। ਭਾਜੀ ਕਵੀਰ ਭਾਜੀ ਦੇ ਕੋਲ ਮੈਂ ਵੀਜ਼ਾ ਅਪਲਾਈ ਕੀਤਾ ਯੂਕਰੇਨ ਦਾ। ਬਹੁਤ ਵਧੀਆ ਇਹਨਾਂ ਦੀ ਸਰਵਿਸ ਹੈ। ਮੇਰਾ 1 ਮਹੀਨੇ 'ਚ ਵੀਜ਼ਾ ਆ ਗਿਆ। ਤਾਂ ਵੇਖੋ ਜੀ ਮੇਰਾ ਵੀਜ਼ਾ, ਅਤੇ ਬਹੁਤ ਵਧੀਆ ਇਹਨਾਂ ਦੀ ਸਰਵਿਸ ਹੈ ਜੀ। ਮੈਂ ਇਹਨਾਂ ਵੀ ਸਾਰੇ ਆਓ ਅਤੇ ਭਾਜੀ ਨਾਲ ਮੈਂ ਗੱਲਬਾਤ ਕਰਕੇ ਆਪਣਾ ਵੀਜ਼ਾ ਲਵਾਓ। ਕੋਈ ਐਡਵਾਂਸ ਨਹੀਂ, ਬਹੁਤ ਵਧੀਆ ਸਰਵਿਸ ਹੈ ਜੀ ਇਹਨਾਂ ਦੀ। ਥੈਂਕ ਯੂ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਮੈਂ ਯੂਕਰੇਨ ਦਾ ਆਪਣਾ ਸਟੱਡੀ ਵੀਜ਼ਾ ਲਾਇਆ ਅਭਿਸ਼ੇਕ ਭਾਈ ਦੇ ਉੱਥੇ ਜਲੰਧਰ, ਅਤੇ ਮੇਰਾ 20-25 ਦਿਨਾਂ ਵਿੱਚ ਵੀਜ਼ਾ ਆ ਗਿਆ। ਇਹਨਾਂ ਦੀ ਸਰਵਿਸ ਬਹੁਤ ਵਧੀਆ ਲੱਗੀ ਅਤੇ ਮੈਂ ਕੋਈ ਵੀ ਪਹਿਲਾਂ ਐਡਵਾਂਸ ਪੈਸਾ ਨਹੀਂ ਦਿੱਤਾ। ਅਤੇ ਤੁਸੀਂ ਵੀ ਜੇ ਅਪਲਾਈ ਕਰਨਾ ਚਾਹੁੰਦੇ ਤਾਂ ਇਹਨਾਂ ਨੂੰ ਮਿਲੋ ਆ ਕੇ ਇਹਨਾਂ ਦੇ ਆਫਿਸ ਦੇ ਵਿੱਚ। ਥੈਂਕ ਯੂ। ਤੁਹਾਡਾ ਵੀਜ਼ਾ ਲੱਗਾ, ਦਿਖਾਓ ਜੀ। ਦੇਖ ਲਓ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅੰਮ੍ਰਿਤ ਤੁਹਾਡਾ ਇਮੈਜਿਨ ਅਬਰੋਡ ਪ੍ਰੋਗਰਾਮ ਵਿੱਚ ਸਵਾਗਤ ਕਰਦਾ। ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਤੁਹਾਨੂੰ ਬਾਹਰ ਜਾਣ, ਇੰਡੀਆ ਤੋਂ ਅਬਰੋਡ ਜਾਣ ਦੇ ਰਸਤੇ ਜਿਹੜੇ ਕਿ ਸਹੀ ਨੇ, ਜਿਹੜੇ ਕਿ ਜੈਨੂਇਨ ਨੇ, ਜਿਹੜੇ ਕਿ ਅਸਲੀ ਤਰੀਕੇ ਨੇ, ਉਹ ਦੱਸਾਂਗੇ, ਜਾਂ ਉਹਨਾਂ ਲੋਕਾਂ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਜਿਹੜੇ ਲੋਕ ਸਹੀ ਤਰੀਕੇ ਨਾਲ ਵਿਦ ਲਾਇਸੈਂਸ ਤੁਹਾਨੂੰ ਗਾਈਡ ਕਰਨਗੇ ਇੰਡੀਆ ਤੋਂ ਅਬਰੋਡ ਕਿਸ ਤਰ੍ਹਾਂ ਜਾਣਾ, ਅਤੇ ਕਿਹੜੇ ਜ਼ਰੀਏ ਨੇ, ਕਿਹੜੇ ਤਰੀਕੇ ਨੇ, ਕਿਹੜੇ ਵੀਜ਼ਾਜ਼ ਨੇ ਜਿਹੜੇ ਅਵੇਲੇਬਲ ਨੇ ਸਹੀ ਤਰੀਕੇ ਨਾਲ ਬਾਹਰ ਜਾਣ ਵਾਸਤੇ। ਅੱਜ ਇਸੀ ਮੁਹਿੰਮ ਨੂੰ ਸ਼ੁਰੂ ਕਰਦੇ ਹੋਏ ਪਹਿਲਾ ਐਪੀਸੋਡ ਅਸੀਂ ਇਸ ਪ੍ਰੋਗਰਾਮ ਦਾ ਲੈ ਕੇ ਆਏ ਹਾਂ, ਜਿਹਦੇ ਵਿੱਚ ਅਸੀਂ DC ਇੰਟਰਨੈਸ਼ਨਲ ਜਲੰਧਰ ਪਹੁੰਚੇ ਹਾਂ, ਜਿਨ੍ਹਾਂ ਦੇ ਓਨਰ ਨੇ ਅਭਿਸ਼ੇਕ ਜੀ। ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਉਹਨਾਂ ਨੇ ਕੋਸ਼ਿਸ਼ ਸ਼ੁਰੂ ਕੀਤੀ ਹੈ ਜੈਨੂਇਨ ਤਰੀਕੇ ਨਾਲ ਬੱਚਿਆਂ ਨੂੰ ਯੂਕਰੇਨ ਪਹੁੰਚਾਉਣ ਦੀ। ਯੂਕਰੇਨ ਤਾਂ ਮੈਂ ਤੁਹਾਨੂੰ ਦੱਸ ਦੇਵਾਂ, ਯੂਰਪ ਦਾ ਇੱਕ ਉਹ ਹਿੱਸਾ ਹੈ ਜਿਹੜਾ ਬਹੁਤ ਹੀ ਇਸ ਵੇਲੇ ਡਿਮਾਂਡ ਦੇ ਵਿੱਚ ਚੱਲ ਰਿਹਾ। ਅਭਿਸ਼ੇਕ ਜੀ ਸਤਿ ਸ਼੍ਰੀ ਅਕਾਲ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਇਮੈਜਿਨ ਅਬਰੋਡ ਪ੍ਰੋਗਰਾਮ ਦੇ ਵਿੱਚ। ਅਤੇ ਮੈਂ ਇਹ ਪੁੱਛਣਾ ਚਾਹਾਂਗਾ ਕਿ ਤੁਸੀਂ ਜੇ DC ਇੰਟਰਨੈਸ਼ਨਲ ਜਿਹੜੀ ਇਹ ਫਰਮ ਹੈ ਤੁਹਾਡੀ, ਇਹ ਕਦੋਂ ਦੀ ਚੱਲ ਰਹੀ ਹੈ, ਅਤੇ ਕੁਛ ਆਪਣੇ ਬਾਰੇ ਜਾਂ ਕੁਛ ਇਸ DC ਇੰਟਰਨੈਸ਼ਨਲ ਦੀ ਸੋਚ ਬਾਰੇ ਸਾਨੂੰ ਦੱਸੋਗੇ? ਸਾਡਾ ਜਿਹੜਾ DC ਇੰਟਰਨੈਸ਼ਨਲ ਜਿਹੜੀ ਸਾਡੀ ਕੰਪਨੀ ਚੱਲ ਰਹੀ ਹੈ, ਇਹ 7 ਸਾਲ ਪੁਰਾਣੀ ਕੰਪਨੀ ਸਾਡੀ ਚੱਲ ਰਹੀ ਹੈ। ਅਸੀਂ 7 ਸਾਲ ਤੋਂ ਉਹਨੂੰ ਰਨ ਕਰ ਰਹੇ ਹਾਂ। ਸਾਡਾ ਮਕਸਦ ਇਹ ਰਹਿੰਦਾ ਕਿ ਜਿਹੜੀ ਚੀਜ਼ ਅਸੀਂ ਬੱਚਿਆਂ ਨੂੰ ਦੱਸੀਏ ਉਹ ਬਿਲਕੁਲ ਸਹੀ ਅਤੇ ਕਲੀਅਰ ਹੋਵੇ। ਅਸੀਂ ਇਹ ਨਹੀਂ ਹੈ ਕਿ ਗਲਤ ਰਾਹ ਬੱਚਿਆਂ ਨੂੰ ਪਾ ਕੇ ਬਾਅਦ ਵਿੱਚ ਉਹਨਾਂ ਨੂੰ ਪ੍ਰੋਬਲਮ ਹੋਵੇ, ਅਤੇ ਅਸੀਂ ਆਪਣਾ ਜਿਹੜਾ ਕੰਮ ਕਰ ਰਹੇ ਹਾਂ ਅਸੀਂ ਸਹੀ ਤਰੀਕੇ ਅੱਗੇ ਨੂੰ ਬੱਚਿਆਂ ਨੂੰ ਤੋਰ ਸਕੀਏ। ਇਸ ਕਰਕੇ ਅਸੀਂ ਅੱਜ ਗੱਲ ਕਰਾਂਗੇ ਯੂਰਪ ਦੀ ਕੰਟਰੀ ਯੂਕਰੇਨ ਬਾਰੇ। ਮੈਂ ਉਹੀ ਗੱਲ ਕਰ ਰਿਹਾ। ਮੈਂ ਪਹਿਲਾਂ ਆਪਾਂ ਕੰਪਨੀ ਨੂੰ ਡਿਫਾਈਨ ਕਰ ਲਈਏ। ਵਾਈ DC ਇੰਟਰਨੈਸ਼ਨਲ? DC ਇੰਟਰਨੈਸ਼ਨਲ ਦਾ ਸਰ ਇੱਕ ਸਾਡਾ ਮੋਟਿਵ ਇੱਕ ਇਹ ਆ, ਸਾਡਾ ਸਲੋਗਨ ਵੀ ਇੱਕ ਹੈ ਕਿ ਟਰੁੱਥ ਬਿਲਡਸ ਟਰਸਟ। ਕਿ ਅਸੀਂ ਜਿਹੜੀ ਚੀਜ਼ ਬੱਚਿਆਂ ਦੀ ਹੈਗੀ ਹੈ ਬੱਚਿਆਂ ਨੂੰ ਸਾਫ਼ ਅਤੇ ਸਪਸ਼ਟ ਦੱਸੀਏ, ਕੋਈ ਲਾਰੇ ਨਾ ਲਾਈਏ, ਕੋਈ ਉਹਨਾਂ ਨੂੰ ਹਵਾਈ ਗੱਲਾਂ ਨਾ ਕਰੀਏ, ਕੋਈ ਇੱਦਾਂ ਦਾ ਗਲਤ ਉਹਨਾਂ ਨੂੰ ਕਮਿਟਮੈਂਟ ਨਾ ਕਰੀਏ ਜਿਹੜਾ ਉੱਥੇ ਜਾ ਕੇ ਬੱਚੇ ਉਹਨਾਂ ਨੂੰ ਪ੍ਰੋਬਲਮ ਆਉਣ। ਕਈ ਬੱਚੇ ਬਾਹਰ ਜਾਂਦੇ ਆ, ਉਹਨਾਂ ਨੂੰ ਗਲਤ ਕਮਿਟਮੈਂਟਸ ਕਰਕੇ ਭੇਜ ਦਿੰਦੇ ਆ। ਸਾਡੀ ਇੱਦਾਂ ਦੀ ਸ਼ੁਰੂ ਤੋਂ ਕੋਈ ਵੀ ਕਮਿਟਮੈਂਟ ਨਹੀਂ ਰਹਿੰਦੀ। ਸਾਡਾ ਇੱਕ ਮੋਟਿਵ ਰਹਿੰਦਾ ਕਿ ਜਿਹੜੀ ਚੀਜ਼ ਟਰਾਂਸਪੇਰੈਂਟ ਆ ਬੱਚੇ ਨੂੰ ਕਲੀਅਰ ਉਹਨੂੰ ਪਿਕਚਰ ਕੀਤੀ ਜਾਵੇ ਕਿ ਉੱਥੇ ਜਾ ਕੇ ਉਹਨੂੰ ਬਾਹਰ ਕਿਸੇ ਚੀਜ਼ ਦੀ ਪ੍ਰੋਬਲਮ ਨਾ ਆਵੇ। ਅਸੀਂ ਇਸ ਮਾਰਕੀਟ 'ਚ ਘੁੰਮੀਦਾ ਹੈ, ਜਾਂ ਇਹ ਸਾਰੀ ਇਮੀਗ੍ਰੇਸ਼ਨ ਮਾਰਕੀਟ ਹੀ ਗਿਣੀ ਜਾਂਦੀ ਹੈ ਜਿਹੜੀ ਜਿੱਥੇ ਤੁਹਾਡਾ ਆਫਿਸ ਇਸ ਵੇਲੇ। ਮੈਂ ਦੱਸ ਦੇਵਾਂ ਜਲੰਧਰ ਦੇ ਵਿੱਚ ਸੈਂਟਰਲ ਮਾਰਕੀਟ ਦੇ ਵਿੱਚ ਭਾਜੀ ਉਹਨਾਂ ਦਾ ਆਫਿਸ ਹੈ, ਜਿਹੜਾ ਕਿ ਬਹੁਤ ਸਾਡੇ ਸਰਵੇ ਦੇ ਅਨੁਸਾਰ, ਜਿਹੜਾ ਮੈਂ ਸਰਵੇ ਕੀਤਾ ਆਪਣੇ ਬਿਹਾਫ 'ਤੇ ਸਰਵੇ ਕੀਤਾ, ਇਸ ਆਫਿਸ ਦੇ ਖਿਲਾਫ ਕੋਈ ਮੈਂ ਅੱਜ ਤੱਕ ਕੋਈ ਮਾੜੀ ਖਬਰ ਨਹੀਂ ਸੁਣੀ ਜਿਹੜੀ ਮੈਂ ਪਿਛਲੇ ਦਿਨਾਂ ਦੇ ਵਿੱਚ ਸਰਵੇ ਕੀਤਾ। ਇਸ ਗੱਲ ਪਿੱਛੇ ਕੀ ਰੀਜ਼ਨ ਹੈ ਸਰ? ਕਿਉਂਕਿ ਮੈਂ ਜਿੰਨੇ ਵੀ ਇਮੀਗ੍ਰੇਸ਼ਨ ਵਾਲੇ ਦੇਖੇ ਆ, ਉਹ ਜਾਂ ਤਾਂ ਉਹ ਪੁਲਿਸ ਥਾਣਿਆਂ ਦੇ ਕੀੜੇ ਕੱਟਦੇ ਹੁੰਦੇ ਨੇ, ਜਾਂ ਕੁਛ ਉਹਨਾਂ ਦੇ ਪਿੱਛੇ ਕੁਛ ਸਟੋਰੀਜ਼ ਹੁੰਦੀਆਂ ਨੇ। ਭਾਜੀ ਗੱਲ ਉਹੀ ਹੈ ਨਾ, ਜੇ ਅਸੀਂ ਸਹੀ ਰਾਹ ਤੁਰਾਂਗੇ, ਸਹੀ ਚੀਜ਼ ਬੱਚਿਆਂ ਨੂੰ ਗਾਈਡ ਕਰਾਂਗੇ, ਸਹੀ ਪ੍ਰੋਡਕਟ ਸਾਡੇ ਕੋਲ ਹੋਏਗਾ, ਅਤੇ ਸਾਡੇ ਕੋਈ ਕੰਪਲੇਂਟਸ ਨਹੀਂ ਹੋਣਗੇ ਜਿੱਦਾਂ ਤੁਸੀਂ ਕਹਿ ਰਹੇ ਪੁਲਿਸ ਥਾਣਿਆਂ 'ਚ ਹੋਊਗਾ।
ਇਦਾਂ ਦਾ ਸਾਡੇ ਨਾਲ ਕੋਈ ਲਿੰਕ ਨਹੀਂ ਰਹਿੰਦਾ। ਕਿਉਂਕਿ ਅਸੀਂ ਜਿਹੜੇ ਬੱਚਿਆਂ ਨੂੰ ਭੇਜ ਰਹੇ ਹਾਂ ਸਹੀ ਰਾਹ ਭੇਜ ਰਹੇ ਹਾਂ। ਜਿਹੜਾ ਬੱਚਾ ਸਹੀ ਜਾਊਗਾ ਅੱਗੇ ਉਹ ਆਪਣਾ ਫਿਊਚਰ ਕਰੂਗਾ। ਸਾਡੀ ਇੱਕ ਪੋਸਟ ਜਿਹੜੀ ਆ ਉਹ ਬਹੁਤ ਅਹਿਮ ਆ ਅੱਜ ਦੇ ਟਾਈਮ ਦੇ ਵਿੱਚ। ਸਾਡੀ ਜਿਹੜੀ ਪੋਸਟ ਆ ਉਹ ਕਿਸੇ ਬੱਚੇ ਦੀ ਕਿਸੇ ਬੰਦੇ ਦੀ ਲਾਈਫ ਨੂੰ ਕਰੀਅਰ ਨੂੰ ਉਹ ਬਣਾਉਣ ਵਾਲੀ ਆ। ਅਸੀਂ ਜੇ ਅਸੀਂ ਆਪਣੀ ਸਰਵਿਸ ਪ੍ਰੋਵਾਈਡ ਕਰ ਰਹੇ ਹਾਂ ਤੇ ਕਿਸੇ ਨੂੰ ਅਸੀਂ ਜੇ ਆਪਣਾ ਉਹਦਾ ਫਿਊਚਰ ਬਣਾ ਰਹੇ ਹਾਂ ਤਾਂ ਇੱਕ ਬਹੁਤ ਵੱਡਾ ਸਾਡਾ ਅਹਿਮ ਉਹਦੀ ਲਾਈਫ ਦੇ ਵਿੱਚ ਸਾਡਾ ਰੋਲ ਰਹਿੰਦਾ। ਇਸ ਕਰਕੇ ਅਸੀਂ ਕਿਸੇ ਨੂੰ ਗਲਤ ਗਾਈਡ ਨਹੀਂ ਕਰਦੇ ਕਿ ਥਾਣੇ ਕਚਹਿਰੀਆਂ 'ਚ ਲੱਗੇ ਰਹੀਏ। ਇੱਕ ਯੂਕਰੇਨ ਇੱਕ ਮੇਰੇ ਖਿਆਲ ਨਾਲ ਸਿਟੀ ਹੈ, ਸਿਟੀ ਕੰਟਰੀ ਸਰ ਇਜ਼ ਅ ਕੰਟਰੀ, ਓਕੇ ਕੰਟਰੀ ਹੈ। ਉਹਦੇ ਬਾਰੇ ਥੋੜਾ ਬਰੀਫ ਚ ਪਹਿਲਾਂ ਦੱਸੋਗੇ, ਬਾਅਦ ਚੋਂ ਆਪਾਂ ਵੀਜ਼ੇ ਬਾਰੇ ਵੀ ਉਹਦੀ ਗੱਲ ਕਰਾਂਗੇ। ਜ਼ਰੂਰ। ਯੂਕਰੇਨ ਇੱਕ ਯੂਰਪ ਦਾ ਪਾਰਟ ਆ। ਯੂਕਰੇਨ ਇਟਸ ਇਨ ਦਾ ਈਸਟਰਨ ਯੂਰੋਪੀਅਨ ਕੰਟਰੀ। ਯੂਕਰੇਨ ਮਿਸਕਨਸੈਪਸ਼ਨ ਹੈ ਕਿ ਇਹ ਸ਼ੈਨਗਨ ਹੈ। ਇੱਦਾਂ ਦਾ ਕੋਈ ਸ਼ੈਨਗਨ ਨਹੀਂ ਆ। ਬਹੁਤ ਏਜੰਟਸ ਨੂੰ ਸ਼ੈਨਗਨ ਦੇ ਨਾਮ ਤੇ ਸੇਲ ਕਰਦੇ ਆ। ਅਸੀਂ ਕਦੀ ਵੀ ਅੱਜ ਤੱਕ 100 ਤੋਂ ਉੱਪਰ ਵੀਜ਼ੇ ਲਵਾ ਚੁੱਕੇ ਹਾਂ, ਕਦੀ ਕਿਸੇ ਨੂੰ ਗਾਈਡ ਨਹੀਂ ਕੀਤਾ ਗਲਤ। ਯੂਕਰੇਨ ਇੱਕ ਯੂਰਪ ਦਾ ਪਾਰਟ ਆ। ਯੂਕਰੇਨ ਦੇ ਨਾਲ ਬਾਰਡਰ ਸ਼ੇਅਰ ਕਰਦੀ ਆ ਸ਼ੈਨਗਨ ਕੰਟਰੀ, ਲਿਥੂਨੀਆ, ਐਸਟੋਨੀਆ, ਪੋਲੈਂਡ, ਹੰਗਰੀ, ਸਲੋਵਾਕੀਆ, 5-6 ਕੰਟਰੀਜ਼ ਉਹਨੂੰ ਬਾਰਡਰ ਸ਼ੇਅਰ ਕਰਦੀਆਂ। ਯੂਕਰੇਨ ਇੱਕ ਯੂਰਪ ਦਾ ਪਾਰਟ ਆ ਬਟ ਉਹ ਸ਼ੈਨਗਨ ਦਾ ਪਾਰਟ ਨਹੀਂ ਹੈ ਜੀ। ਇਹ ਹੁਣ ਯੂਕਰੇਨ ਦੇ ਵਿੱਚ ਕਰੰਸੀ ਵੀ ਮੇਰੇ ਖਿਆਲ ਨਾਲ ਉਹ ਕਰੰਸੀ ਇਹਦੇ ਵਿੱਚ ਗ੍ਰੇਵਨ ਚੱਲਦੀ ਹੈ। ਇਹਦੀ ਕਰੰਸੀ ਦਾ ਇੰਡੀਅਨ ਜੇ ਇਹਨੂੰ ਆਪਾਂ ਕਨਵਰਟ ਕਰਦੇ ਹਾਂ ਅਰਾਊਂਡ 3 ਰੁਪਏ ਦੇ ਵਿੱਚ ਇਹਦੀ ਕਰੰਸੀ ਇਹਦੀ ਇੰਡੀਅਨ ਨੂੰ ਕੰਸੀਡਰ ਕਰਦੇ ਹਾਂ ਅਸੀਂ। ਤੇ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਕਿ ਕਰੰਸੀ ਲੋ ਕਰਕੇ ਕਿ ਫਿਊਚਰ ਇਹਦਾ ਬੱਚਿਆਂ ਦਾ ਇਦਾਂ ਦਾ ਨਹੀਂ ਹੋਊਗਾ ਕਿ ਉਹਨਾਂ ਨੂੰ ਗਰੀਬ ਵਾਲੀ ਕੰਟਰੀ 'ਚ ਭੇਜ ਰਹੇ ਆ, ਇਦਾਂ ਦਾ ਕੁਝ ਨਹੀਂ ਹੈ। ਯੂਰੋਪੀਅਨ ਮੁਲਕ ਆ, ਬਹੁਤ ਵਧੀਆ ਕੰਟਰੀ ਦੇ ਫਿਊਚਰ ਬੱਚਿਆਂ ਦਾ ਹੈਗਾ। ਮੈਂ ਇਹੀ ਦੱਸਣਾ ਚਾਹਾਂਗਾ ਜਿਹੜੀ ਇੱਕ ਅੱਜ ਭੇਡ ਚਾਲ ਚੱਲ ਰਹੀ ਹੈ ਕਿ ਕੈਨੇਡਾ ਅਮਰੀਕਾ ਜਾਣਾ ਹੈ ਜਾਂ ਛੋਟੀ ਕੰਟਰੀਜ਼ ਵੱਲ ਬੱਚੇ ਮੂੰਹ ਨਹੀਂ ਕਰਦੇ, ਉਸ ਭੇਡ ਚਾਲ ਦੇ ਵਿੱਚ ਲੱਗ ਕੇ ਬੱਚਿਆਂ ਨੂੰ ਧੋਖਾ ਮਿਲਦਾ। ਠੀਕ ਹੈ, ਯੂਕਰੇਨ ਜੇ ਇੱਕ ਯੂਰਪ ਦਾ ਪਾਰਟ ਹੈ, ਦੈਟ ਮੀਨਸ ਕਿ ਉੱਥੇ ਯੂਰਪ ਦਾ ਹੀ ਅੱਗੇ ਉਹਨਾਂ ਨੂੰ ਮਿਲੇਗਾ ਪਾਸਪੋਰਟ, ਜਾਂ ਜੇ ਅੱਗੇ PR ਲੈਂਦੇ ਜਾਂ ਕੁਝ। ਯੂਕਰੇਨ ਦੇ ਵਿੱਚ ਜੇ ਬੱਚਾ ਜਾਂਦਾ ਤੇ ਯੂਕਰੇਨ ਦੇ ਵਿੱਚ ਉਹ PR ਵੀ ਅਪਲਾਈ ਕਰ ਸਕਦਾ। ਜੇ ਉਹਨੂੰ PR ਆ ਉਸ ਤੋਂ ਬਾਅਦ ਉਹਨੂੰ ਸਿਟੀਜ਼ਨਸ਼ਿਪ ਵੀ ਮਿਲਦੀ ਆ। ਜੇ ਯੂਕਰੇਨ ਦੀ ਉਹਦੇ ਕੋਲ TRC ਆ, TRC ਵੀ ਅਸੀਂ ਪ੍ਰੋਵਾਈਡ ਕਰਦੇ ਹਾਂ। ਜੇ ਯੂਕਰੇਨ ਦੀ TRC ਹੈ ਬੱਚੇ ਕੋਲ ਤਾਂ TRC ਤੋਂ ਬਾਅਦ ਉਹ ਸ਼ੈਨਗਨ ਕੰਟਰੀਜ਼ 'ਚ ਮੂਵ ਕਰ ਸਕਦਾ। ਕਿ ਇਹ ਬਹੁਤ ਵਧੀਆ ਬੱਚਿਆਂ ਲਈ ਆਪਸ਼ਨ ਆ। ਸਭ ਤੋਂ ਵਧੀਆ ਬੈਨੀਫਿਟ ਇੱਕ ਯੂਕਰੇਨ ਦਾ ਇਹੀ ਹੈ ਕਿ ਯੂਕਰੇਨ ਜਾਂਦੇ ਆ ਬੱਚੇ, ਉਸ ਤੋਂ ਬਾਅਦ ਉਹ ਸ਼ੈਨਗਨ ਮੂਵ ਕਰ ਸਕਦੇ ਆ। ਤੇ ਅਸੀਂ ਯੂਕਰੇਨ ਇਸ ਕਰਕੇ ਸਭ ਤੋਂ ਜ਼ਿਆਦਾ ਪ੍ਰਮੋਟ ਕਰ ਰਹੇ ਹਾਂ ਕਿ ਅੱਜ ਦੇ ਟਾਈਮ ਦੇ ਵਿੱਚ ਕੋਵਿਡ ਤੋਂ ਬਾਅਦ ਇੰਨਾ ਬਜਟ ਕਿਸਾਨਾਂ ਦਾ ਜਾਂ ਇੰਨਾ ਬਜਟ ਆਪਣੀਆਂ ਮੀਡੀਅਮ ਜਿਹੜੇ ਮਿਡਲ ਕਲਾਸ ਫੈਮਿਲੀ ਦਾ ਇੰਨਾ ਬਜਟ ਨਹੀਂ ਹੈਗਾ। ਤੇ ਯੂਕਰੇਨ ਦੇ ਵਿੱਚ ਜੇ ਬੱਚਾ ਜਾਂਦਾ ਉਹਦਾ ਕੋਈ ਵੱਧ ਖਰਚਾ ਵੀ ਨਹੀਂ ਹੈ। ਇਸ ਕਰਕੇ ਘੱਟ ਖਰਚੇ ਦੇ ਵਿੱਚ ਬਹੁਤ ਹੀ ਵੱਧ ਬੈਨੀਫਿਟਸ ਨੇ। ਮੈਂ ਹੁਣ ਪੁੱਛਾਂਗਾ ਇਹ ਪੂਰਾ ਪ੍ਰੋਸੈਸ ਕਿੱਦਾਂ ਸਟਾਰਟ ਹੁੰਦਾ ਆ ਕਿ ਇੱਕ ਚਲੋ ਬੱਚਾ ਇੱਕ ਤੁਹਾਡੇ ਕੋਲ ਆ ਗਿਆ ਯੂਕਰੇਨ ਦਾ, ਉਹਨੂੰ ਕੀ ਪਹਿਲਾਂ ਕੀ ਉਹਦੇ ਬਿਹਾਫ ਤੇ ਬੱਚੇ ਨੂੰ ਕਿੰਨਾ ਰੈਡੀ ਹੋਣਾ ਪੈਂਦਾ ਯੂਕਰੇਨ ਵਾਸਤੇ? ਬੱਚੇ ਨੂੰ ਹਰ ਕੰਟਰੀ ਜਾਣ ਲਈ ਸਰ ਰੈਡੀ ਹੋਣਾ ਪਏਗਾ। ਬਟ ਜੇ ਯੂਕਰੇਨ ਲਈ ਅਸੀਂ ਗੱਲ ਕਰੀਏ ਤਾਂ ਯੂਕਰੇਨ ਦੇ ਵਿੱਚ ਖਾਸ ਰਿਕੁਆਇਰਮੈਂਟਸ ਨੇ। ਜਿੱਦਾਂ ਉਹਦੀ 10th ਚਾਹੀਦੀ ਆ ਜਾਂ 12th ਚਾਹੀਦੀ ਆ। ਉੱਥੇ ਲੈਂਗੁਏਜ ਕੋਰਸ ਦੇ ਲਈ ਜਾਏਗਾ। ਯੂਕਰੇਨ ਦੇ ਵਿੱਚ ਯੂਕਰੇਨੀਅਨ ਰਸ਼ੀਅਨ ਲੈਂਗੁਏਜ ਸਿੱਖਣ ਦੇ ਲਈ ਜਾਏਗਾ। ਉਹਦੀ ਏਜ ਗੈਪ ਹੈਗੀ ਆ 18 ਤੋਂ 35 ਇਅਰਸ ਤੱਕ ਬੱਚਾ ਜਾ ਸਕਦਾ ਹੈ। ਇਹ ਬੇਸਿਕ ਰਿਕੁਆਇਰਮੈਂਟਸ ਨੇ ਕਿ ਬੱਚਾ ਇਸ ਰਿਕੁਆਇਰਮੈਂਟਸ ਨੂੰ ਫੁਲਫਿਲ ਕਰਦਾ ਹੈ। ਕੋਈ IELTS ਦੀ ਰਿਕੁਆਇਰਮੈਂਟ ਨਹੀਂ ਹੈਗੀ, ਕੋਈ ਗੈਪ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਕੋਈ ਖਰਚੇ ਦੀ ਵੀ ਪ੍ਰੋਬਲਮ ਨਹੀਂ ਹੈਗੀ। ਤੇ ਅਸੀਂ ਖਰਚੇ ਦੇ ਵਿੱਚ ਵੀ ਅਸੀਂ ਬੱਚਿਆਂ ਨੂੰ ਫੈਸਿਲਿਟੀਜ਼ ਦੇ ਰਹੇ ਹਾਂ ਕਿ ਅੱਧੇ ਪੈਸੇ ਵੀਜ਼ੇ ਤੋਂ ਬਾਅਦ। ਅੱਜ ਤੱਕ ਤੁਸੀਂ ਇਹ ਤਾਂ ਸੁਣਿਆ ਹੋਊਗਾ ਕਿ ਹਾਂਜੀ ਵੀਜ਼ੇ ਤੋਂ ਬਾਅਦ ਸਾਰੇ ਪੈਸੇ, ਅਸੀਂ ਵੀਜ਼ੇ ਤੋਂ ਬਾਅਦ ਵੀ ਅੱਧੇ ਪੈਸੇ ਲੈ ਰਹੇ ਹਾਂ। ਤੇ ਜਦੋਂ ਬੱਚਾ ਉੱਥੇ ਪਹੁੰਚ ਜਾਂਦਾ ਬਾਕੀ ਪੈਸੇ ਬੱਚਾ ਉੱਥੇ ਪਹੁੰਚ ਕੇ ਯੂਨੀਵਰਸਿਟੀ ਦੇ ਵਿੱਚ ਦੇ ਸਕਦਾ। ਮੈਂ ਦੋਸਤੋ ਤੁਹਾਨੂੰ ਦੱਸਣਾ ਚਾਹਾਂਗਾ, ਭਾਜੀ ਹੁਣਾਂ ਨੇ ਗੱਲ ਕਹੀ ਹੈ, ਬੜੀ ਅਹਿਮ ਗੱਲ ਤੁਹਾਨੂੰ ਦੱਸ ਰਿਹਾ। ਨੋ IELTS, ਨੋ ਮਤਲਬ ਗੈਪ ਇਜ਼ ਅਸੈਪਟੇਬਲ। ਐਂਡ ਦਾ ਥਰਡ ਥਿੰਗ ਇਜ਼ ਦੈਟ ਕਿ ਫੰਡਸ ਦੀ ਲੋੜ ਕਿੰਨੀ ਪੈਣੀ? ਫੰਡਸ ਜੇ ਆਪਾਂ ਕਿਸੇ ਕੰਟਰੀ 'ਚ ਅਪਲਾਈ ਕਰਦੇ ਹਾਂ ਸਾਨੂੰ ਪੁਰਾਣੇ ਫੰਡਸ ਸ਼ੋਅ ਕਰਨੇ ਪੈਂਦੇ ਆ 3-3 6-6 ਮਹੀਨੇ। ਇੱਥੇ ਜੇ ਆਪਾਂ ਯੂਕਰੇਨ 'ਚ ਅਪਲਾਈ ਕਰਦੇ ਹਾਂ ਸਾਨੂੰ ਕੋਈ ਫੰਡਸ ਦੀ ਇੰਨੀ ਵੱਡੀ ਰਿਕੁਆਇਰਮੈਂਟ ਨਹੀਂ ਹੈ। ਘੱਟੋ ਘੱਟ 2.5-3 ਲੱਖ ਰੁਪਇਆ ਜੇ ਤੁਹਾਡੇ ਅਕਾਊਂਟ 'ਚ ਹੈਗਾ, ਜੇ ਉਹ ਫਰੈਸ਼ ਵੀ ਹੈ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈ। How to initiate the process? Initiate the process. First is the step if we'll apply. First we will apply for the university. ਅਸੀਂ ਯੂਨੀਵਰਸਿਟੀ ਦੇ ਵਿੱਚ ਬੱਚੇ ਦੇ ਡਾਕੂਮੈਂਟ ਸਾਰੇ ਭੇਜਾਂਗੇ। ਮੈਂ ਰੁਕਾਂਗਾ, ਸੌਰੀ। ਇਹ ਤੁਹਾਡੀਆਂ ਉੱਥੋਂ ਦੀਆਂ ਗਵਰਨਮੈਂਟ ਯੂਨੀਵਰਸਿਟੀਜ਼ ਨਾਲ ਟਾਈ ਅਪ? ਜੀ, ਸਾਡੇ ਯੂਨੀਵਰਸਿਟੀਜ਼ ਗਵਰਨਮੈਂਟ ਨਾਲ ਟਾਈ ਅਪ ਨੇ। ਸਾਡੇ ਕੋਲ ਲਾਇਸੈਂਸ ਹੈਗਾ। ਅਸੀਂ ਉਹਨਾਂ ਦੇ ਨਾਲ ਸਾਡੇ MOU ਸਾਈਨ ਆ। ਅਸੀਂ ਉਹਨਾਂ ਨਾਲ ਸਾਡਾ ਪੂਰਾ ਕੰਟਰੈਕਟ ਆ ਯੂਨੀਵਰਸਿਟੀ ਦੇ ਨਾਲ। ਕੋਈ ਇੱਦਾਂ ਦੀ ਪ੍ਰੋਬਲਮ ਨਹੀਂ ਹੈ। ਆਪਾਂ ਮੈਂ ਦੱਸਣਾ ਚਾਹਾਂਗਾ ਭਾਜੀ ਹੁਣਾਂ ਨੇ ਰੱਖੇ ਹੋਏ ਨੇ ਇਨਵੀਟੇਸ਼ਨਸ ਉਹ ਬੱਚਿਆਂ ਦੇ ਜਿਨ੍ਹਾਂ ਨੂੰ ਇਹ ਇਨਵਾਈਟ ਕਰ ਚੁੱਕੇ ਨੇ ਉੱਥੇ, ਜਿਨ੍ਹਾਂ ਦੇ ਵੀਜ਼ੇਜ਼ ਵੀ ਲੱਗ ਚੁੱਕੇ ਨੇ। ਤੇ ਯੂਨੀਵਰਸਿਟੀਜ਼ ਤੋਂ ਉਹ ਮੈਂ ਦਿਖਾਉਣਾ ਚਾਹਾਂਗਾ। ਇਹ ਹੈਗਾ ਜੀ ਇਨਵੀਟੇਸ਼ਨ ਜਿਹੜਾ ਉੱਥੋਂ ਤੁਹਾਨੂੰ ਯੂਨੀਵਰਸਿਟੀਜ਼ ਤੋਂ ਆਉਂਦਾ। ਜੀ ਇਹ ਓਰੀਜਨਲ ਇਨਵੀਟੇਸ਼ਨਸ ਆ। ਪਹਿਲਾਂ ਜਦੋਂ ਅਪਲਾਈ ਕਰਦੇ ਆ ਯੂਨੀਵਰਸਿਟੀ ਦੇ ਵਿੱਚ ਇਹਦਾ ਪ੍ਰੋਸੈਸ ਇਹ ਆ ਕਿ ਜਦੋਂ ਅਸੀਂ ਅਪਲਾਈ ਕਰਾਂਗੇ ਇਹੀ ਇਨਵੀਟੇਸ਼ਨ ਪਹਿਲਾਂ ਸਾਨੂੰ ਯੂਨੀਵਰਸਿਟੀ ਬਾਏ ਮੇਲ ਭੇਜੇਗੀ।
ਉਸ ਤੋਂ ਬਾਅਦ ਸਾਡੇ ਆਫਿਸ ਦੇ ਵਿੱਚ ਓਰੀਜਨਲ ਯੂਕਰੇਨ ਤੋਂ ਤੁਸੀਂ ਇਹ ਚੈੱਕ ਵੀ ਕਰ ਸਕਦੇ ਹੋ, ਓਰੀਜਨਲ ਕੋਰੀਅਰ ਸਾਡੇ ਆਫਿਸ ਦੇ ਵਿੱਚ ਓਰੀਜਨਲ ਇਨਵੀਟੇਸ਼ਨ ਦਾ ਆਏਗਾ। ਇਹ ਸਾਰੇ ਬੱਚਿਆਂ ਦੇ ਹੈਗੇ ਆ, 5-7 ਇਨਵੀਟੇਸ਼ਨਸ ਹੈਗੇ ਆ, ਬਾਕੀਆਂ ਦੇ ਵੀਜ਼ਾਸ ਸਬਮਿਟ ਆ ਤੇ ਇਹ ਇਨਵੀਟੇਸ਼ਨਸ ਆਣਗੇ। ਉਸ ਤੋਂ ਬਾਅਦ ਨੈਕਸਟ ਸਟੈਪ ਅੱਗੇ ਅਸੀਂ ਪ੍ਰੋਸੈਸ ਕਰਾਂਗੇ। ਅੱਛਾ, ਆਪਾਂ ਹੁਣ ਫਸਟ ਆਫ ਆਲ ਕੀ ਆਪਾਂ ਪਹਿਲਾਂ ਗੱਲ ਕਰਦੇ ਹਾਂ, ਇਹਦੇ ਵਿੱਚ ਤੁਸੀਂ ਗੱਲ ਕਰ ਰਹੇ ਸੀਗੇ ਕਿੱਦਾਂ ਅਪਲਾਈ ਕਰਨਾ ਹੈ ਬੱਚੇ ਨੂੰ, ਉਹ ਸਾਨੂੰ ਸਟੈਪ ਦੱਸੋਗੇ? ਬੱਚੇ ਦੇ ਅਸੀਂ ਡਾਕੂਮੈਂਟਸ ਯੂਨੀਵਰਸਿਟੀ ਨੂੰ ਭੇਜਾਂਗੇ। ਯੂਨੀਵਰਸਿਟੀ ਦੇ ਡਾਕੂਮੈਂਟਸ ਚੈੱਕ ਕਰਕੇ ਯੂਨੀਵਰਸਿਟੀ ਇੱਕ ਇਨਵੀਟੇਸ਼ਨ ਦੇਗੀ ਕਿ ਕਿਹੜੇ ਕੋਰਸ ਦੇ ਵਿੱਚ ਬੱਚਾ ਆ ਰਿਹਾ, ਉਹਦੀ ਇਨਵੀਟੇਸ਼ਨ ਸਾਨੂੰ ਬਾਈ ਮੇਲ ਆਏਗੀ। ਕੋਰਸਿਸ ਕਿਹੜੇ ਨੇ ਵਿੱਚ? ਕੋਰਸਿਸ ਹਰ ਤਰ੍ਹਾਂ ਦੇ ਨੇ। ਯੂਕਰੇਨ ਦੇ ਵਿੱਚ ਬੇਸਿਕਲੀ ਜੇ ਅਸੀਂ ਜਾਂਦੇ ਆ ਉੱਥੇ ਦੀ ਲੈਂਗੁਏਜ ਦੇ ਲਈ ਸਾਨੂੰ ਪਹਿਲਾਂ ਕੋਰਸ ਅਪਲਾਈ ਕਰਨਾ ਪੈਂਦਾ। 10 ਮਹੀਨੇ ਜਾਂ 1 ਸਾਲ ਦਾ ਕੋਰਸ ਹੁੰਦਾ ਉਹ। ਉਸ ਤੋਂ ਬਾਅਦ ਤੁਸੀਂ ਫਰਦਰ ਬੈਚਲਰਸ ਜਾਂ ਮਾਸਟਰਸ ਜਾਂ MBBS, ਮੇਨਲੀ ਜਿਹੜੇ ਬੱਚੇ ਇੰਡੀਆ ਤੋਂ ਜਿਹੜੇ ਜਾਂਦੇ ਆ ਉਹ MBBS ਡਿਗਰੀ ਕਰਨ ਜਾਂਦੇ, ਡਾਕਟਰ ਬਣਨ ਜਾਂਦੇ। ਤੇ ਉਹ ਡਾਕਟਰ ਦੀ ਜਿਹੜੀ ਡਿਗਰੀ ਆ ਉਹ ਇੰਡੀਆ 'ਚ ਵੈਲਿਡ ਹੈ? ਜੀ ਬਿਲਕੁਲ ਵੈਲਿਡ ਹੈ ਜੀ। ਬੱਚਾ ਵਾਪਸ ਆ ਕੇ ਇੰਡੀਆ 'ਚ ਕਰਨਾ ਚਾਹੁੰਦਾ, ਜੇ ਇੰਡੀਆ ਦੇ ਵਿੱਚ ਅਸੀਂ MBBS ਕਰਦੇ ਆ, ਸਾਡਾ 10 ਤੋਂ 15 ਲੱਖ ਖਰਚਾ 1 ਸਾਲ ਦਾ ਲੱਗਦਾ। ਉੱਥੇ ਜੇ ਅਸੀਂ ਕਰਦੇ ਆ ਸਾਡਾ ਬਹੁਤ ਹੀ ਘੱਟ ਖਰਚਾ ਲੱਗਦਾ ਜੀ। ਮੈਂ ਉਹੀ ਚੀਜ਼ ਤੁਹਾਨੂੰ ਬੱਚਿਆਂ ਨੂੰ ਦੱਸਣਾ ਚਾਹੁੰਦਾ ਸੀਗਾ ਕਿ ਜਿਹੜੇ ਬੱਚੇ ਜਾਣ ਦੇ ਚਾਹਵਾਨ ਨੇ ਉਹਨਾਂ ਦੀ ਡਿਗਰੀ ਉੱਥੋਂ ਤੱਕ ਸੀਮਿਤ ਨਹੀਂ ਹੋਏਗੀ, ਇੰਡੀਆ 'ਚ ਆ ਕੇ ਵੀ ਵੈਲਿਡ ਹੋਏਗੀ। ਮੈਂ ਦੇਖ ਸਕਦਾ ਸਰ ਤੁਹਾਡੇ ਕੋਲ ਥੋੜੇ ਵੀਜ਼ਾਸ ਵੀ ਪਏ ਨੇ? ਜੀ ਚੈੱਕ ਕਰ ਸਕਦੇ ਹੋ। ਜਿਹੜੇ ਬੱਚੇ ਸਾਡੇ ਯੂਕਰੇਨ ਪਹੁੰਚ ਚੁੱਕੇ ਨੇ, ਆ ਵੀਜ਼ਾਸ ਨੇ ਉਹਨਾਂ ਦੇ, ਬਹੁਤ ਹੀ ਵੀਜ਼ਾਸ ਨੇ, ਤੁਹਾਨੂੰ ਦਿਖਾ ਸਕਦਾ ਮੈਂ। ਇਹ ਪਾਸਪੋਰਟ ਤੇ ਤੁਹਾਡਾ ਵੀਜ਼ਾ ਸਟੈਂਪ ਹੁੰਦਾ ਬੱਚਿਆਂ ਦਾ, ਵੀਜ਼ਾ ਹੀ ਹੈ ਜੀ। ਤੁਸੀਂ ਸਾਰੇ ਵੀਜ਼ਾ ਦੇਖ ਸਕਦੇ ਹੋ। ਸਾਡੀ ਕੰਪਨੀ 100 ਤੋਂ ਉੱਪਰ ਯੂਕਰੇਨ ਦੇ ਵੀਜ਼ਾ ਲਗਵਾ ਚੁੱਕੀ ਹੈ। ਸ਼ਾਇਦ ਹੀ ਪੰਜਾਬ ਦੇ ਵਿੱਚ ਕੋਈ ਇਦਾਂ ਦੀ ਕੰਪਨੀ ਹੋਏਗੀ ਜਿਹੜੀ ਤੁਹਾਨੂੰ 100 ਤੋਂ ਉੱਪਰ ਵੀਜ਼ਾ ਦਿਖਾ ਸਕਦੀ ਹੋਵੇ ਜੀ। ਅੱਜ ਵੀ ਸਾਡੇ 3 ਲੇਟੈਸਟ ਵੀਜ਼ਾਸ ਗ੍ਰਾਂਟ ਹੋਏ ਨੇ। ਤੁਸੀਂ ਵੀਜ਼ਾਸ ਆ ਕੇ ਆਫਿਸ ਵੀ ਸਾਡੇ ਚੈੱਕ ਕਰ ਸਕਦੇ ਹੋ। ਆਫਿਸ ਦਾ ਐਡਰੈਸ ਤੇ ਆਫਿਸ ਭਾਜੀ ਹੁਣਾਂ ਦਾ ਪਾਸ ਨੰਬਰ, ਜਿਹੜਾ ਆਫੀਸ਼ੀਅਲ ਨੰਬਰ ਆ ਉਹ ਥੱਲੇ ਫਲੈਸ਼ ਹੋ ਰਿਹਾ। ਅੱਛਾ ਸਰ, ਮੈਂ ਇੱਕ ਗੱਲ ਥੋੜੀ ਤੁਹਾਡੇ ਤੋਂ ਪੁੱਛਾਂਗਾ ਕਿ ਆਪਾਂ ਇਸ ਮਾਰਕੀਟ ਦੇ ਵਿੱਚ ਘੱਟ ਤੋਂ ਘੱਟ 300-400 ਵੈਲਿਡ, ਜਿਹਨੂੰ ਕਹਿੰਦੇ ਜੈਨੂਇਨ, ਸੋ ਕਾਲਡ ਜੈਨੂਇਨ ਇਮੀਗ੍ਰੇਸ਼ਨ ਏਜੰਟਸ ਬੈਠੇ ਨੇ, ਠੀਕ ਹੈ। ਆਹ ਜਿਹੜੀਆਂ ਚੀਜ਼ਾਂ ਨੇ ਉਹ ਦਿਖਾ ਦਿੰਦੇ ਨੇ, ਠੀਕ ਹੈ। ਇਹ ਉਹਨਾਂ ਲਈ ਦਿਖਾਣੀਆਂ ਬਹੁਤ ਸਿੰਪਲ ਹੈ, ਉਹਨਾਂ ਲਈ ਉੱਪਰ ਮੈਂ ਤੁਹਾਨੂੰ ਇੱਕ ਇੰਟਰਪਟ ਕਰੂੰਗਾ ਥੋੜਾ ਜਿਹਾ। ਜੇ ਤੁਸੀਂ ਇਹ ਗੱਲ ਕਰ ਰਹੇ ਹੋ ਇਨਵੀਟੇਸ਼ਨ ਦੀ, ਇੱਕ ਨਾਰਮਲ ਇਨਵੀਟੇਸ਼ਨ ਨਹੀਂ ਹੈ ਕਿ ਜਿਹੜਾ ਟਰੈਵਲ ਏਜੰਟ ਤੁਹਾਨੂੰ ਦਿਖਾ ਸਕਦਾ। ਇਹ ਇਨਵੀਟੇਸ਼ਨ ਮਿਨਿਸਟਰੀ ਆਫ ਐਜੂਕੇਸ਼ਨ ਐਂਡ ਸਾਇੰਸ ਆਫ ਯੂਕਰੇਨ ਤੋਂ ਅਟੈਸਟ ਹੋ ਕੇ ਆਉਂਦੀ ਹੈ। ਇਹ ਇਨਵੀਟੇਸ਼ਨ ਲੈਣ ਦੇ ਲਈ ਹਰ ਏਜੰਟ ਦੇ ਕੋਲ, ਜੇ ਤੁਸੀਂ ਕਹੋ ਓਰੀਜਨਲ ਇਨਵੀਟੇਸ਼ਨ, ਉਹ ਪੋਸੀਬਲਸ ਨਹੀਂ ਹੁੰਦੀਆਂ। ਮੈਂ ਤੁਹਾਨੂੰ ਇਹੀ ਫਰਕ ਦੱਸਣ ਵਾਸਤੇ ਇਹ ਸਵਾਲ ਪੁੱਛਿਆ ਸੀ ਭਾਜੀ ਉਹਨਾਂ ਨੂੰ, ਸ਼ਾਇਦ ਗੁੱਸਾ ਵੀ ਲੱਗਾ ਹੋਵੇਗਾ। ਗੁੱਸੇ ਦੀ ਗੱਲ ਨਹੀਂ, ਮੇਰੀ ਛੋਟੀ ਜਿਹੀ ਇੱਕ ਆਦਤ ਹੈ ਕਿ ਜਦੋਂ ਦਾ ਮੈਂ ਇਸ ਮਾਰਕੀਟ ਦੇ ਵਿੱਚ, ਇਸ ਲਾਈਨ ਦੇ ਵਿੱਚ ਕੰਮ ਕਰ ਰਿਹਾ, ਕਿ ਮੇਰੀ ਇੱਕ ਆਦਤ ਹੈ ਕਿ ਅਸੀਂ ਬੱਚੇ ਨੂੰ ਜੇ ਕਿਸੇ ਵੀ ਜਗ੍ਹਾ ਭੇਜ ਰਹੇ ਹਾਂ, ਅਸੀਂ ਹਰ ਬੱਚੇ ਨੂੰ ਡਾਇਰੈਕਟ ਯੂਨੀਵਰਸਿਟੀ ਦੇ ਵਿੱਚ ਭੇਜ ਰਹੇ ਹਾਂ, ਕਿਸੇ ਮੀਡੀਏਟਰ ਕੋਲ ਨਹੀਂ ਭੇਜਦੇ ਜੀ। ਮੈਂ ਹੁਣ ਇਹੀ ਬੱਚਿਆਂ ਦੇ ਦਿਮਾਗ ਚੋਂ ਕਨਸੈਪਸ਼ਨ ਦੂਰ ਕਰਨਾ ਮਿਸਕਨਸੈਪਸ਼ਨ ਦੂਰ ਕਰਨਾ ਚਾਹੁੰਦਾ। ਇਹ ਓਰੀਜਨਲ ਹੈ ਜੀ, ਠੀਕ ਹੈ। ਇਹ ਓਰੀਜਨਲ ਯੂਨੀਵਰਸਿਟੀ ਤੋਂ ਆਈ ਹੈ ਵਿਦ ਕੋਰੀਅਰ ਫਰੋਮ ਯੂਕਰੇਨ, ਠੀਕ ਹੈ। ਇਹ ਪ੍ਰੂਫਸ ਮੈਂ ਤੁਹਾਨੂੰ ਤਾਂ ਦੇ ਰਿਹਾ ਕਿ ਬੱਚੋ ਅੱਖਾਂ ਬੰਦ ਕਰਕੇ ਕਿਸੇ ਤੇ ਯਕੀਨ ਨਾ ਕਰਿਓ। ਅਸੀਂ ਤੁਹਾਨੂੰ ਪ੍ਰੂਫ ਦੇ ਰਹੇ ਹਾਂ ਕਿ ਹਾਂ ਵੀ ਵੀ ਆਰ ਜੈਨੂਇਨ। ਇਮੈਜਿਨ ਅਬਰੋਡ ਦੇ ਵਿੱਚ ਅਸੀਂ ਤੁਹਾਨੂੰ ਗਲਤ ਗਾਈਡ ਨਹੀਂ ਕਰਾਂਗੇ, ਅਸੀਂ ਸਹੀ ਗਾਈਡੈਂਸ ਦੇਵਾਂਗੇ, ਸਹੀ ਬੰਦਿਆਂ ਕੋਲ ਲੈ ਕੇ ਜਾਵਾਂਗੇ ਜਿਹੜੇ ਇਹ ਕੰਮ ਜੈਨੂਇਨਲੀ ਕਰਦੇ ਨੇ। ਅੱਛਾ ਸਰ, ਆਪਾਂ ਹੁਣ ਪ੍ਰੋਸੈਸ ਨੂੰ ਸ਼ੁਰੂ ਕਰੀਏ। ਮੈਂ ਤੁਹਾਡੇ ਕੋਲ ਆ ਗਿਆ ਐਜ਼ ਅ ਸਟੂਡੈਂਟ, ਤੁਹਾਡੇ ਕੋਲ ਆ ਗਿਆ। ਆਈ ਐਮ ਅ ਸਟੂਡੈਂਟ, ਆਈ ਵਾਂਟ ਟੂ ਗੋ, ਮੈਂ ਜਾਣਾ ਚਾਹੁੰਦਾ। ਤੇ ਮੈਨੂੰ ਕਿੱਦਾਂ ਕਿਹੜੇ ਡਾਕੂਮੈਂਟ ਸਾਨੂੰ ਪਹਿਲਾਂ ਤੁਹਾਡੇ ਕੋਲ ਲੈ ਕੇ ਆਣੇ ਪੈਣਗੇ, ਕਿਸ ਤਰ੍ਹਾਂ ਪ੍ਰੋਸੈਸ ਅੱਗੇ ਸਟੈਪ ਬਾਏ ਸਟੈਪ ਚੱਲੇਗਾ, ਸਾਨੂੰ ਉਹ ਸਮਝਾਓ। ਫਸਟ ਅਸੀਂ ਪਹਿਲਾਂ ਤੁਹਾਡੀ ਏਜ ਕ੍ਰਾਈਟੇਰੀਆ ਦੇਖਾਂਗੇ ਕਿ ਤੁਹਾਡਾ ਏਜ ਕਿੰਨੀ ਹੈ। ਮਿਨੀਮਮ ਏਜ ਕਿੰਨੀ? ਮਿਨੀਮਮ ਏਜ ਸਰ 17 to 18 ਮਿਨੀਮਮ ਏਜ ਹੈ। ਤੇ ਮੈਕਸਿਮਮ ਜੇ ਅਸੀਂ ਗੱਲ ਕਰੀਏ 35 37 ਤੱਕ ਅਸੀਂ ਵੀਜ਼ਾਸ ਗ੍ਰਾਂਟ ਕਰਵਾਏ ਆ। ਤੇ ਇਹਦੇ ਵਿੱਚ ਜੇ ਅਸੀਂ ਤੁਹਾਡੇ 10th ਤੇ 12th ਦੇ ਡਾਕੂਮੈਂਟਸ ਤੁਹਾਡੇ ਚੈੱਕ ਕਰਾਂਗੇ। ਤੁਹਾਡਾ ਬਰਥ ਸਰਟੀਫਿਕੇਟ ਚਾਹੀਦਾ ਹੋਏਗਾ, ਤੁਹਾਡੀ ਪਾਸਪੋਰਟ ਸਾਈਜ਼ ਫੋਟੋ ਚਾਹੀਦੀ ਹੋਏਗੀ, ਤੁਹਾਡੀ ਪਾਸਪੋਰਟ ਦੀ ਵੈਲਿਡਿਟੀ 6 ਮਹੀਨੇ ਤੋਂ ਉੱਪਰ ਹੋਣੀ ਚਾਹੀਦੀ, ਉਹ ਚੈੱਕ ਕਰਾਂਗੇ ਅਸੀਂ। ਇਹ ਸਾਰੇ ਡਾਕੂਮੈਂਟਸ ਅਸੀਂ ਯੂਨੀਵਰਸਿਟੀ ਨੂੰ ਭੇਜਾਂਗੇ, ਫਸਟ ਸਟੈਪ। ਸੈਕੰਡ ਸਟੈਪ ਦੇ ਵਿੱਚ ਯੂਨੀਵਰਸਿਟੀ ਤੁਹਾਨੂੰ ਇਨਵੀਟੇਸ਼ਨ ਮੇਲ ਦੇਗੀ, ਜਿੱਦਾਂ ਦੀ ਮੇਲ ਤੋਂ ਬਾਅਦ ਓਰੀਜਨਲ ਕੋਰੀਅਰ ਮੇਲ ਆਏਗੀ, ਮੇਲ ਤੋਂ ਬਾਅਦ ਜਿੱਦਾਂ ਓਰੀਜਨਲ ਤੁਹਾਡਾ ਇਨਵੀਟੇਸ਼ਨ ਆਏਗਾ। ਉਸ ਤੋਂ ਬਾਅਦ ਤੁਹਾਡਾ ਇੱਕ ਮੈਡੀਕਲ ਹੋਏਗਾ ਇੰਡੀਆ ਦੇ ਵਿੱਚ। ਮੈਡੀਕਲ ਦੀ ਗੱਲ ਤੇ ਮੈਂ ਆ ਰਿਹਾ ਸੀ। ਇਹ ਮੈਡੀਕਲ ਸਰ ਅਪਾਇੰਟਡ ਬਾਈ ਯੂਕਰੇਨ ਐਮਬੈਸੀ ਔਰ ਦੇ ਆਰ ਅਪਾਇੰਟਡ ਬਾਈ ਯੂਕਰੇਨ ਦਿੱਲੀ ਐਮਬੈਸੀ ਚ ਜੀ। ਉਹ ਜਿਹੜਾ ਹੋਏਗਾ ਉਹ ਦਿੱਲੀ ਚ ਹੋਏਗਾ ਕਿ ਇੱਥੇ ਲੋਕ ਤੁਹਾਡੇ ਕਿਤੇ ਵੀ ਏਰੀਆ ਚ ਹੋ ਸਕਦਾ, ਬਟ ਉਹ ਡੈਜ਼ਿਗਨੇਟਿਡ ਲੈਬੋਰਟਰੀ ਹੋਣੀ ਚਾਹੀਦੀ ਹੈ ਔਰ ਰਜਿਸਟਰਡ ਹੋਣੀ ਚਾਹੀਦੀ ਹੈ। ਜਿਹੜੀ ਉਹਦੇ 5-6 ਟੈਸਟ ਹੈਗੇ, ਜਿੱਦਾਂ HIV ਹੋ ਗਿਆ, ਹੈਪੇਟਾਈਟਸ C, ਲੀਵਰ ਦੇ ਫੰਕਸ਼ਨ ਹੋ ਗਏ, SDOT, SGPT,
ਇਹ ਸਾਰੇ ਟੈਸਟ ਜਿਹੜੇ ਆ ਇਹ ਕਲੀਅਰ ਹੋਣੇ ਚਾਹੀਦੇ, ਉਸ ਤੋਂ ਬਾਅਦ ਹੀ ਤੁਸੀਂ ਇਹ ਵੀਜ਼ਾ ਲੈ ਸਕਦੇ ਹੋ। ਤੇ ਕੋਵਿਡ ਦਾ ਕਿੰਨਾ ਕੁ ਹੈਗਾ ਆ ਕਿ ਟੈਸਟ, ਕਿੰਨੇ ਕੁ ਟੈਸਟ ਹੁੰਦੇ ਨੇ? ਕੋਵਿਡ ਦੇ ਵਿੱਚ ਇਹ ਹੈ ਕਿ ਸਰ ਜਦੋਂ ਤੁਸੀਂ ਫਲਾਈਟ ਲੈ ਕੇ ਜਾਣਾ ਹੈ, ਫਲਾਈਟ ਲੈਣ ਤੋਂ ਪਹਿਲਾਂ ਤੁਹਾਨੂੰ 3 ਦਿਨ ਪਹਿਲਾਂ ਕੋਵਿਡ ਦਾ ਟੈਸਟ ਕਰਵਾਉਣਾ ਹੋਏਗਾ। ਅਸੀਂ ਬੱਚਿਆਂ ਨੂੰ ਜਿਹੜੇ ਵੀਜ਼ਾ ਜਿਨ੍ਹਾਂ ਦੇ ਵੀਜ਼ਾ ਲੱਗ ਰਹੇ ਆ, ਅਸੀਂ ਉਹਨਾਂ ਦੀ ਕੋਵਿਡ ਦੀ ਇੰਸ਼ੋਰੈਂਸ ਵੀ ਕਰ ਰਹੇ ਹਾਂ ਕਿ ਰੱਬ ਖੁਦਾ ਨਾ ਖਾਸਤਾ ਕੋਈ ਪ੍ਰੋਬਲਮ ਆਉਂਦੀ ਹੈ ਤੇ ਕੋਵਿਡ ਦੀ ਇੰਸ਼ੋਰੈਂਸ ਕਰਕੇ ਬੱਚਿਆਂ ਨੂੰ ਕਵਰੇਜ ਵੀ ਮਿਲ ਸਕੇ ਜੀ। ਅੱਗੇ ਆਪਾਂ ਸਟੈਪ ਚੱਲੀਏ, ਆ ਇਨਵੀਟੇਸ਼ਨ ਆ ਗਿਆ ਜੀ। ਇਨਵੀਟੇਸ਼ਨ ਤੋਂ ਬਾਅਦ ਅਸੀਂ ਸਾਰੇ ਡਾਕੂਮੈਂਟਸ ਤੁਹਾਡੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਪਟਿਆਲਾ ਹਾਊਸ ਦੇ ਵਿੱਚ ਤੁਹਾਡੇ ਡਾਕੂਮੈਂਟ ਟੈਸਟ ਕਰਵਾਵਾਂਗੇ। ਤੁਹਾਡੀ ਬੈਂਕ ਸਟੇਟਮੈਂਟ ਚਾਹੀਦੀ ਹੋਏਗੀ, ਤੁਹਾਡਾ ਮੈਡੀਕਲ ਹੋਏਗਾ, ਦੈਟਸ ਇਟ। ਉਸ ਤੋਂ ਬਾਅਦ ਅਸੀਂ ਦਿੱਲੀ ਐਮਬੈਸੀ ਦੇ ਵਿੱਚ ਤੁਹਾਡੇ ਡਾਕੂਮੈਂਟ ਸਬਮਿਟ ਕਰਵਾਵਾਂਗੇ। 10 ਤੋਂ 15 ਦਿਨਾਂ ਦੇ ਵਿੱਚ ਤੁਹਾਡਾ ਵੀਜ਼ਾ ਆ ਜਾਏਗਾ। 10 ਤੋਂ 15 ਦਿਨਾਂ ਦੇ ਵਿੱਚ, ਓਕੇ। ਤੇ ਇਹਦੇ ਵਿੱਚ ਤੁਹਾਡੀ ਫੀਸ ਉਹਨਾਂ ਨੇ ਬੱਚਿਆਂ ਨੇ ਪਹਿਲਾਂ ਦੇਣੀ ਹੈ ਕਿ ਨਹੀਂ ਸਰ, ਇਦਾਂ ਦਾ ਕੋਈ ਵੀ ਹਿਡਨ ਚਾਰजेस ਨਹੀਂ ਹੈ। ਲੋਕੀ ਕਹਿ ਦਿੰਦੇ ਆ ਕਿ ਹਾਂ ਵੀ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ, ਪਰ ਜਦੋਂ ਆਉਂਦੇ ਆ ਕੰਡੀਸ਼ਨ ਅਪਲਾਈ? ਹਾਂ, ਬਸ ਉਹ ਥੱਲੇ ਲਿਖਿਆ ਹੁੰਦਾ ਛੋਟਾ ਜਿਹਾ ਕਿ ਹਾਂ ਵੀ ਟਰਮਸ ਐਂਡ ਕੰਡੀਸ਼ਨਸ ਅਪਲਾਈ। ਇਦਾਂ ਦਾ ਕੁਝ ਨਹੀਂ ਹੈ ਸਾਡੇ ਕੋਲ। ਤੁਸੀਂ ਸਾਡੇ ਕੋਲ ਆਉਂਦੇ ਹੋ, ਅਸੀਂ ਤੁਹਾਡੀ ਇਨਵੀਟੇਸ਼ਨ ਦੇ ਚਾਰजेस, ਤੁਹਾਡੀ ਯੂਨੀਵਰਸਿਟੀ ਦੇ ਚਾਰजेस, ਤੁਹਾਡੇ ਐਮਬੈਸੀ ਦੇ ਚਾਰजेस, ਕੋਵਿਡ ਇੰਸ਼ੋਰੈਂਸ, VFS, 12-13 ਚੀਜ਼ਾਂ ਦੇ ਜਿੰਨੇ ਵੀ ਚਾਰजेस ਆ ਸਾਰੇ, ਉਹ ਅਸੀਂ ਆਪਣੀ ਪਾਕਟ ਦੇ ਵਿੱਚ ਪੇ ਕਰਾਂਗੇ। ਮੈਂ ਇੱਕ ਚੀਜ਼ ਦਿਖਾਉਣਾ ਚਾਹਾਂਗਾ ਜੀ। ਇਹ ਸਾਰੀ ਪੈਕੇਜ ਹੈਗਾ ਪੂਰਾ ਜੀ। ਇਹ ਅਸੀਂ ਥੱਲੇ ਮੈਂਸ਼ਨ ਵੀ ਕਰਾਂਗੇ ਆਪਣੇ ਥੱਲੇ ਐਡ ਦੇ ਵਿੱਚ। ਇਹ ਜਿਹੜਾ ਪੈਕੇਜ ਹੈ ਇਹਦੇ ਵਿੱਚ ਪੈਕੇਜ ਇਨਕਲੂਡਸ 1 year fees, 3 months accommodation, 1 year TRC ਕੀ ਟੈਂਪਰੇਰੀ ਰੈਜ਼ੀਡੈਂਸ? ਜੀ, ਟੈਂਪਰੇਰੀ ਰੈਜ਼ੀਡੈਂਸ ਕਾਰਡ ਆ। ਤੁਸੀਂ ਯੂਕਰੇਨ ਦੇ ਵਿੱਚ ਜਾ ਰਹੇ ਹੋ, ਯੂਕਰੇਨ ਦੇ ਵਿੱਚ ਜਾ ਕੇ ਤੁਸੀਂ ਉੱਥੇ ਦੇ ਟੈਂਪਰੇਰੀ ਰੈਜ਼ੀਡੈਂਸ ਬਣ ਰਹੇ ਹੋ। TRC ਪਹਿਲਾਂ ਹੀ ਮਿਲ ਜਾਂਦੀ ਹੈ ਕਿ ਤੁਸੀਂ ਅਪਲਾਈ ਕਰ? ਨਹੀਂ, ਅਸੀਂ ਨਹੀਂ ਅਪਲਾਈ ਕਰਦੇ। ਅਸੀਂ ਅਪਲਾਈ ਯੂਨੀਵਰਸਿਟੀ ਦੇ ਮਾਈਗ੍ਰੇਸ਼ਨ ਆਫਿਸ ਦੇ ਵਿੱਚ ਬੱਚਾ ਜਾ ਕੇ ਫਿੰਗਰਪ੍ਰਿੰਟਸ ਕਰਵਾਉਂਦਾ। ਉਹਦੀ ਜਿਹੜੀ ਫੀਸ ਆ ਉਹ ਅਸੀਂ ਪੇ ਕਰਦੇ ਹਾਂ। ਉਹ ਪੈਕੇਜ ਦੇ ਵਿੱਚ ਸਾਰਾ ਕੁਝ ਇਨਕਲੂਡ ਹੈ। ਮੈਂ ਤੁਹਾਨੂੰ ਬਰੀਫਲੀ ਐਕਸਪਲੇਨ ਕਰ ਦਿੰਦਾ। ਪੈਕੇਜ ਦੇ ਵਿੱਚ 1 ਸਾਲ ਦੀ ਬੱਚੇ ਦੀ ਯੂਨੀਵਰਸਿਟੀ ਦੀ ਫੀਸ ਰਹੇਗੀ, 3 ਮਹੀਨੇ ਦੀ ਅਕੋਮੋਡੇਸ਼ਨ ਰਹੇਗੀ। ਅਕੋਮੋਡੇਸ਼ਨ ਇਸ ਕਰਕੇ ਕਿ ਬੱਚਾ ਨਵੀਂ ਜਗ੍ਹਾ ਤੇ ਜਾ ਰਿਹਾ, ਉਹਨੂੰ ਕਿਤੇ ਵੀ ਜਾ ਕੇ ਕੁਝ ਪਤਾ ਨਹੀਂ ਹੈ ਕਿ ਉਹ ਕਿੱਥੇ ਰਹੂਗਾ, ਕਿੱਥੇ ਜਾਊਗਾ, ਇਸ ਕਰਕੇ ਅਕੋਮੋਡੇਸ਼ਨ ਅਸੀਂ 3 ਮਹੀਨੇ ਦੀ ਦੇ ਰਹੇ ਹਾਂ। ਉਸ ਤੋਂ ਬਾਅਦ 1 ਸਾਲ ਦੀ TRC ਇਨਕਲੂਡ ਆ। TRC ਮੀਨਸ ਟੈਂਪਰੇਰੀ ਰੈਜ਼ੀਡੈਂਸ ਕਾਰਡ, ਜਦੋਂ ਤੁਸੀਂ ਹੁਣੇ ਕਿਹਾ, ਉਹ TRC ਇਨਕਲੂਡ ਆ। TRC ਦੇ ਬਹੁਤ ਬੈਨੀਫਿਟਸ ਆ। ਜੇ TRC ਤੁਹਾਡੇ ਕੋਲ ਹੈਗੀ ਆ, ਤੁਸੀਂ ਆਪਣਾ ਵਰਕ ਕਰ ਸਕਦੇ ਹੋ ਉੱਥੇ। TRC ਤੁਹਾਡੇ ਕੋਲ ਹੈਗੀ, ਤੁਸੀਂ ਕਿਸੇ ਹੋਰ ਕੰਟਰੀ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਸ਼ੈਂਗਨ ਕੰਟਰੀ ਦਾ ਵੀਜ਼ਾ ਲੈ ਸਕਦੇ ਹੋ। ਏਅਰਪੋਰਟ ਪਿਕਅਪ ਇਹਦੇ ਵਿੱਚ ਇਨਕਲੂਡ ਆ। ਬੱਚਿਆਂ ਨੂੰ ਉੱਥੇ ਜਾ ਕੇ ਭਟਕਣ ਦੀ ਲੋੜ ਨਹੀਂ ਆ ਜੀ। ਮੈਡੀਕਲ ਇਨਕਲੂਡ ਆ ਉੱਥੇ ਜਾ ਕੇ, ਇੰਸ਼ੋਰੈਂਸ, TRC ਦੀ ਰਜਿਸਟ੍ਰੇਸ਼ਨ। ਬਹੁਤ ਏਜੰਟਸ ਯੂਕਰੇਨ ਕਰ ਰਹੇ ਨੇ, ਬਟ ਉਹ ਕਈ ਚੀਜ਼ਾਂ ਨੂੰ ਬੱਚਿਆਂ ਨੂੰ ਹਾਈਡ ਕਰ ਦਿੰਦੇ ਨੇ ਕਿ ਹਾਂ ਵੀ ਇਹ ਅਸੀਂ ਦੇਵਾਂਗੇ, ਉੱਦਾਂ ਨਹੀਂ ਹੁੰਦਾ ਉੱਥੇ ਜਾ ਕੇ। TRC ਰਜਿਸਟ੍ਰੇਸ਼ਨ ਦਾ ਮਤਲਬ ਇਹ ਹੈ ਕਿ TRC ਆ ਤਾਂ ਗਈ। TRC ਦੀ ਹੋਮ ਆਫਿਸ ਰਜਿਸਟ੍ਰੇਸ਼ਨ ਬਹੁਤ ਜ਼ਰੂਰੀ ਹੈ। ਹੁਣ ਕਈ ਬੰਦਿਆਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਹੋਮ ਆਫਿਸ ਰਜਿਸਟ੍ਰੇਸ਼ਨ ਕੀ ਹੁੰਦਾ। ਜਦੋਂ 1 ਸਾਲ ਦੀ TRC ਆ ਗਈ, ਅਗਲੇ ਸਾਲ ਦੀ TRC ਲੈਣੀ ਹੈ, ਜੇ ਉਹਦੀ ਪਿਛਲੇ ਸਾਲ ਦੀ ਰਜਿਸਟ੍ਰੇਸ਼ਨ ਹੋਈ ਹੋਊਗੀ ਉਹ ਤਾਂ ਹੀ ਲੈ ਸਕਦਾ। ਅਸੀਂ ਉਹ ਵੀ ਇਨਕਲੂਡ ਕਰ ਰਹੇ ਹਾਂ। ਇੰਡੀਆ ਦੇ ਵਿੱਚ ਤੁਹਾਡੀ VFS ਫੀਸ ਆ, ਅੰਬੈਸੀ ਫੀਸ ਆ, ਟਰੈਵਲ ਇੰਸ਼ੋਰੈਂਸ ਜੀ। VFS ਫੀਸ ਤੇ ਐਮਬੈਸੀ ਫੀਸ ਚ ਕਿੰਨਾ ਕੀ ਫਰਕ ਹੈ? VFS ਫੀਸ ਸਰ ਇਹ ਹੁੰਦੀ ਹੈ ਜਿੱਦਾਂ ਅੰਬੈਸੀਜ਼ ਨੇ VFS ਸੈਂਟਰ ਬਣਾਏ ਹੋਏ ਆ। ਉਹਨਾਂ ਦਾ ਕੰਮ ਆ ਕਿ ਉਹਨਾਂ ਨੇ ਡਾਕੂਮੈਂਟਸ ਤੁਹਾਡੇ ਸਾਰੇ ਚੈੱਕ ਕਰਕੇ ਅੱਗੇ ਅੰਬੈਸੀ ਨੂੰ ਦੇਣੇ। ਉਹਨਾਂ ਦੀ ਇੱਕ ਫੀਸ ਆ, ਉਹ VFS ਫੀਸ ਆ। ਅੰਬੈਸੀ ਫੀਸ ਆ ਜਿਹੜੀ ਅੰਬੈਸੀ ਆ ਉਹਨੇ ਆਪਣਾ ਵੀਜ਼ਾ ਪ੍ਰੋਸੈਸਿੰਗ ਫਾਈਲ ਜਿਹੜੀ ਫੀਸ ਆ ਉਹ ਲਾ। ਇਹ 2 ਚੀਜ਼ਾਂ ਅਲੱਗ-ਅਲੱਗ ਆ ਜੀ। ਟਰੈਵਲ ਇੰਸ਼ੋਰੈਂਸ ਇਹਦੇ ਵਿੱਚ ਇਨਕਲੂਡ ਆ, ਕੋਵਿਡ ਦੀ ਇੰਸ਼ੋਰੈਂਸ ਇਹਦੇ ਵਿੱਚ ਇਨਕਲੂਡ ਆ। ਜਿਹੜੇ ਤੁਹਾਡੇ ਡਾਕੂਮੈਂਟਸ ਆ MEA ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਤੋਂ ਇਨਕਲੂਡ ਆ। ਸਾਡੀ ਕੰਸਲਟੈਂਸੀ ਉਹ ਵੀ ਇਨਕਲੂਡ ਹੈ। 13 ਤੋਂ 14 ਚੀਜ਼ਾਂ ਇਹ ਸਾਰੀਆਂ ਪੈਕੇਜ ਦੇ ਵਿੱਚ ਇਨਕਲੂਡ ਆ। ਮੈਂ ਦੁਬਾਰਾ ਰਿਪੀਟ ਕਰ ਦਿੰਦਾ, ਇਹ ਸਾਰੀਆਂ ਚੀਜ਼ਾਂ ਦਾ ਅਸੀਂ 1 ਰੁਪਈਆ ਵੀ ਬੱਚਿਆਂ ਕੋਲੋਂ ਚਾਰਜ ਨਹੀਂ ਲੈ ਰਹੇ ਤੇ ਨਾ ਹੀ ਲਵਾਂਗੇ। ਤੇ ਸਾਰੇ ਜਿਹੜੇ ਪੈਸੇ ਆ ਉਹ ਵੀਜ਼ਾ ਲੱਗਣ ਤੋਂ ਬਾਅਦ ਆ। ਤੇ ਜਿਹੜਾ ਸਭ ਤੋਂ ਵੱਧ ਬੈਨੀਫਿਟ ਆ, ਅਸੀਂ ਇੱਕ ਤੁਹਾਡੇ ਪ੍ਰੋਗਰਾਮ ਥਰੂ ਅਸੀਂ ਇਹ ਅੱਜ ਪ੍ਰਮੋਟ ਕਰ ਰਹੇ ਹਾਂ ਕਿ ਜਿਹੜੇ ਜਦੋਂ ਤੁਹਾਡਾ ਵੀਜ਼ਾ ਆ ਜਾਂਦਾ, ਵੀਜ਼ੇ ਤੋਂ ਬਾਅਦ ਅੱਧੇ ਪੈਸੇ ਤੁਸੀਂ ਇੱਥੇ ਦੇਣੇ ਆ, ਅੱਧੇ ਪੈਸੇ ਤੁਸੀਂ ਉੱਥੇ ਦੇਣੇ ਆ ਜਦੋਂ ਤੁਸੀਂ ਯੂਕਰੇਨ ਏਅਰਪੋਰਟ ਤੋਂ ਬਾਹਰ ਆ ਗਏ। ਮੈਂ ਉਹੀ ਗੱਲ ਤੁਸੀਂ ਮੈਨੂੰ ਪਿਛਲੀ ਵਾਰੀ ਵੀ ਕੁਝ ਦੱਸਿਆ ਸੀ ਇਸ ਚੀਜ਼ ਬਾਰੇ। ਇੱਕ ਬੱਚਾ ਉੱਥੇ ਇੱਥੋਂ ਇੰਡੀਆ ਤੋਂ ਚੜ੍ਹਦਾ, ਯੂਕਰੇਨ ਪਹੁੰਚ ਗਿਆ। ਯੂਕਰੇਨ ਦੇ ਵਿੱਚ ਕੀ ਹੈ ਕਿ ਉੱਥੇ ਕੋਈ ਵੀ ਉਹਨੂੰ ਏਅਰਪੋਰਟ ਤੇ ਲੈਣ ਨਹੀਂ ਆ ਰਿਹਾ। ਉੱਥੇ ਏਅਰਪੋਰਟ ਦੇ ਇਹਨਾਂ ਨੂੰ ਪਿਕਅਪ ਵੀ ਮਿਲੇਗੀ ਬੱਚੇ ਨੂੰ, ਸਭ ਤੋਂ ਵੱਡੀ ਗੱਲ। ਦੂਜੀ ਗੱਲ ਭਾਜੀ ਨੇ ਇਹ ਦੱਸੀ ਸੀ ਕਿ ਉਸ ਬੱਚੇ ਨੂੰ ਪਤਾ ਹੋਏਗਾ ਕਿ ਉਹਨੂੰ ਕੌਣ ਲੈਣ ਆ ਰਿਹਾ। ਏਅਰਪੋਰਟ ਕਲੀਅਰੈਂਸ ਦਾ ਹੁੰਦਾ ਆ। ਇਹਦੇ ਵਿੱਚ ਕੀ ਹੁੰਦਾ ਕਿ ਪਿਛਲੇ ਬਹੁਤ ਟਾਈਮ ਤੋਂ ਕਈ ਬੱਚੇ ਯੂਕਰੇਨ ਗਏ, ਬਟ ਉਹਨਾਂ ਦਾ ਟੇਕ ਕੇਅਰ ਕਰਨ ਵਾਲਾ ਕੋਈ ਨਹੀਂ ਸੀ। ਉਹਨਾਂ ਨੂੰ ਪਤਾ ਨਹੀਂ ਸੀ ਕਿੱਥੇ ਜਾਣਾ, ਕਿਹੜੀ ਯੂਨੀਵਰਸਿਟੀ ਆ। ਸਾਡਾ ਰੋਲ ਇੱਥੇ ਤੱਕ ਨਹੀਂ ਹੈ ਕਿ ਅਸੀਂ ਵੀਜ਼ਾ ਲਵਾਤਾ। ਸਾਡਾ ਰੋਲ ਇਹ ਹੈ ਕਿ ਬੱਚਾ ਇੱਥੋਂ ਚਲਾ ਗਿਆ, ਵੀਜ਼ਾ ਆ ਗਿਆ, ਫਲਾਈਟ ਦੀ ਬੁਕਿੰਗਸ ਅਸੀਂ ਕਰਵਾ ਸਕਦੇ ਹਾਂ, ਤੁਸੀਂ ਵੀ ਕਰਵਾ ਸਕਦੇ ਹੋ, ਕਲਾਇੰਟ ਵੀ ਕਰਾ ਸਕਦਾ। ਉੱਥੇ ਜਾ ਕੇ ਏਅਰਪੋਰਟ ਕਲੀਅਰੈਂਸ ਇਜ਼ ਅ ਮਸਟ। ਬਹੁਤ ਬੱਚੇ ਪਿਛਲੇ ਕੁਝ ਟਾਈਮ ਤੋਂ ਡਿਪੋਰਟ ਹੋ ਰਹੇ ਆ। ਏਅਰਪੋਰਟ ਕਲੀਅਰੈਂਸ ਦੇ ਪੇਪਰ ਅਸੀਂ ਤੁਹਾਨੂੰ ਨਾਲ ਦੇਵਾਂਗੇ, ਉਹ ਮੋਸਟ ਇੰਪੋਰਟੈਂਟ ਆ। ਏਅਰਪੋਰਟ ਕਲੀਅਰੈਂਸ ਦਾ ਪੇਪਰ ਤੁਹਾਡੇ ਕੋਲ ਹੋਏਗਾ, ਤੁਸੀਂ ਉੱਥੋਂ ਏਅਰਪੋਰਟ ਤੋਂ ਕਲੀਅਰ ਕਰ ਸਕਦੇ ਹੋ। ਜਿਹੜੇ ਤੁਹਾਨੂੰ ਲੈਣ ਆਉਣਾ ਉਹਦੀ ਸਾਰੀ ਡਿਟੇਲਸ ਤੁਹਾਨੂੰ ਉਹਦੇ ਵਿੱਚ ਮੈਂਸ਼ਨ ਹੋਣਗੀਆਂ। ਯੂਨੀਵਰਸਿਟੀ ਨੇ ਤੁਹਾਨੂੰ
ਉਸ ਲੈਟਰ ਦੇ ਵਿੱਚ ਤੁਹਾਨੂੰ ਮੈਂਸ਼ਨ ਕੀਤਾ ਹੋਊਗਾ ਕਿ ਇਹ ਬੱਚਾ ਇਸ ਫਲਾਈਟ ਦੇ ਵਿੱਚ ਆ ਰਿਹਾ, ਇਹ ਪਾਸਪੋਰਟ ਨੰਬਰ ਆ। ਜੇ ਉਹ ਡਾਕੂਮੈਂਟਸ ਤੁਹਾਡੇ ਕੋਲ ਹੋਏਗਾ, ਅਪਰੂਵਡ ਹੋਏਗਾ, ਉਹ ਇੱਥੇ ਵੀ ਦਿੱਲੀ ਐਮਬੈਸੀ ਦੇ ਵਿੱਚ ਤੁਹਾਡਾ ਸਬਮਿਟ ਹੁੰਦਾ ਹੈ ਤੇ 에ਅਰਪੋਰਟ ਤੋਂ ਵੀ ਸਬਮਿਟ ਹੁੰਦਾ ਪਹਿਲਾਂ ਹੀ ਯੂਨੀਵਰਸਿਟੀ ਵੱਲੋਂ। ਤੇ ਜੇ ਉਹ ਸਭ ਪੇਪਰ ਤੁਹਾਡੇ ਕੋਲ ਹੋਏਗਾ ਤਾਂ ਅਸੀਂ ਇਮੀਗ੍ਰੇਸ਼ਨ ਕਲੀਅਰ ਕਰ ਸਕਦੇ ਹਾਂ। ਜੇ ਉਹ ਨਹੀਂ ਹੈ ਤਾਂ ਤੁਸੀਂ ਕਲੀਅਰ ਨਹੀਂ ਕਰ ਸਕਦੇ। ਪਲੱਸ ਅਸੀਂ ਅਕੋਮੋਡੇਸ਼ਨ ਜਿਹੜੀ ਤੁਹਾਡੀ ਅਰੇਂਜ ਕੀਤੀ ਆ ਉਹ ਵੀ ਤੁਹਾਨੂੰ ਹੈਗਾ ਡਾਕੂਮੈਂਟਸ ਦੇਵਾਂਗੇ। ਜੇ ਤੁਹਾਡੇ ਕੋਲ ਵੀਜ਼ਾ ਆਫਿਸਰ ਕੁਝ ਵੀ ਕੁਐਸਚਨ ਤੁਹਾਡੇ ਕੋਲ ਪੁੱਛਦਾ, ਸਾਡੇ ਕੋਲ ਸਾਰੇ ਪੇਪਰ ਹੈਗੇ ਆ, ਤੁਸੀਂ ਜਵਾਬ ਦੇ ਸਕਦੇ ਹੋ। ਬਹੁਤ ਲੋਕੀ ਕਹਿੰਦੇ ਆ, ਮੈਂ ਅੱਜ ਤੁਹਾਡੇ ਪ੍ਰੋਗਰਾਮ ਦੇ ਥਰੂ ਖੁੱਲ੍ਹ ਕੇ ਕਹਿਣਾ ਚਾਹੁੰਦਾ ਕਿ ਸਾਡੀ 에ਅਰਪੋਰਟ 'ਤੇ ਸੈਟਿੰਗ ਹੈ ਜੀ। ਇੱਦਾਂ ਦਾ ਕੁਝ ਵੀ ਨਹੀਂ ਹੁੰਦਾ। 에ਅਰਪੋਰਟ 'ਤੇ ਸੈਟਿੰਗ ਕੁਝ ਨਹੀਂ ਹੁੰਦੀ। ਅਸੀਂ 에ਅਰਪੋਰਟ ਤੋਂ ਬੰਦਾ ਬਾਹਰ ਕਢਾ ਦਾਂਗੇ, ਇਹ ਕਰ ਦਿਆਂਗੇ, ਉਹ ਕਰ ਦਾਂਗੇ, ਹਵਾਈ ਗੱਲਾਂ ਬਹੁਤ ਕਰਦੇ ਆ, ਪਰ ਇੱਦਾਂ ਦਾ ਕੁਝ ਨਹੀਂ ਹੁੰਦਾ। ਨਾ ਹੀ ਅੱਜ ਤੱਕ ਹੋਇਆ, ਨਾ ਹੀ ਕਦੀ ਹੋਣਾ। ਜੋ ਬੱਚਾ ਜਾ ਰਿਹਾ ਉਹ ਤੁਸੀਂ ਵੀ ਆ, ਜੇ ਅਸੀਂ ਆ, ਜੇ ਸਪੋਜ਼ ਮੈਂ ਅੱਜ ਜਲੰਧਰ ਤੋਂ ਦਿੱਲੀ ਜਾ ਰਿਹਾ, ਜੇ ਮੈਨੂੰ ਪਤਾ ਹੀ ਨਹੀਂ ਮੈਂ ਦਿੱਲੀ 'ਚ ਕਿੱਥੇ ਜਾਣਾ, ਮੈਂ ਬੱਸ ਵਾਲੇ ਨੂੰ ਕੀ ਕਹੂੰਗਾ? ਉਹ ਤਾਂ ਕਹੂਗਾ ਭਰਾ ਤੂੰ ਘਰ ਜਾ। ਇਸ ਕਰਕੇ ਜਿੱਥੇ ਬੱਚਾ ਜਾ ਰਿਹਾ ਉਹਨੂੰ ਸਾਰੀ ਚੀਜ਼ਾਂ ਅਸੀਂ ਪ੍ਰਿਪੇਅਰ ਕਰਦੇ ਹਾਂ। ਇੰਟਰਵਿਊ ਵੀ ਅਸੀਂ ਪ੍ਰਿਪੇਅਰ ਕਰਦੇ ਹਾਂ ਬੱਚੇ ਦਾ, ਕਿ ਇਹ ਬੱਚੇ ਨੂੰ ਕੱਲ੍ਹ ਨੂੰ ਕੋਈ ਪ੍ਰੋਬਲਮ ਨਾ ਆਵੇ। ਅਸੀਂ ਬੱਚੇ ਦੇ ਨਾਲ ਜਿੰਨੀ ਦੇਰ ਅਸੀਂ ਟੱਚ ਦੇ ਵਿੱਚ ਰਹਿੰਦੇ ਹਾਂ, ਅਕੋਮੋਡੇਸ਼ਨ ਤੱਕ, ਯੂਨੀਵਰਸਿਟੀ ਤੱਕ, ਉਹਦੇ ਬਾਇਓਮੈਟ੍ਰਿਕਸ ਤੱਕ, ਉਹਦੀ TRC ਤੱਕ, ਸਾਰੀ ਰਿਸਪੌਂਸਿਬਿਲਿਟੀਜ਼ ਅਸੀਂ ਲੈਂਦੇ ਹਾਂ। ਮੈਂ ਅਭਿਸ਼ੇਕ ਜੀ ਤੁਹਾਨੂੰ ਇੱਕ ਗੱਲ ਪੁੱਛਣੀ ਚਾਹਾਂਗਾ ਕਿ ਵਾਈ ਯੂਕਰੇਨ, ਕੀ ਫਾਇਦਾ ਯੂਕਰੇਨ ਜਦ ਕਿ ਕਰੰਸੀ ਵੀ ਡਾਊਨ ਹੈ? ਠੀਕ ਹੈ, ਡਾਊਨ ਇਨ ਦਾ ਸੈਂਸ ਕਿ ਇੰਡੀਆ ਤੋਂ ਤਾਂ ਚਲੋ ਅੱਛੀ ਹੈ, ਬਟ ਬਾਕੀ ਸ਼ੈਨਗਨ ਨਾਲੋਂ ਡਾਊਨ ਆ, ਤੇ ਇਹ ਯੂਕਰੇਨ ਹੀ ਕਿਉਂ? ਯੂਕਰੇਨ ਸਰ ਇਸ ਕਰਕੇ ਕਿ ਜੇ ਅਸੀਂ ਯੂਕਰੇਨ ਬੱਚਾ ਜਾ ਰਿਹਾ, ਯੂਕਰੇਨ ਫਸਟ ਉੱਥੇ ਉਹਨੂੰ TRC ਮਿਲ ਰਹੀ ਹੈ। TRC ਲੈਣ ਤੋਂ ਬਾਅਦ ਬੱਚਾ ਸ਼ੈਨਗਨ ਦਾ ਵੀਜ਼ਾ ਉੱਥੋਂ ਈਜ਼ੀਲੀ ਲੈ ਸਕਦਾ। ਸ਼ੈਨਗਨ ਦਾ ਵੀਜ਼ਾ ਉਹ ਇਸ ਕਰਕੇ ਅਪਲਾਈ ਕਰ ਸਕਦਾ ਕਿ ਉਹਦੇ ਕੋਲ ਉੱਥੇ ਦੀ TRC ਹੈ ਜੀ। ਤੇ TRC ਦੇ ਨਾਲ ਤੁਸੀਂ PR ਵੀ ਅਪਲਾਈ ਕਰ ਸਕਦੇ ਹੋ ਯੂਕਰੇਨ ਦੀ। TRC ਤੇ PR ਦੇ ਵਿੱਚ ਕਿੰਨਾ ਟਾਈਮ ਲੱਗਦਾ, ਜਾਂ ਕੀ ਉਹਨੂੰ ਆਪਣਾ ਕਰੈਕਟਰ ਰੱਖਣਾ ਪੈਂਦਾ ਉੱਥੇ ਬੱਚੇ ਨੂੰ? ਉਹਦੇ ਬਾਰੇ ਥੋੜਾ ਐਕਸਪਲੇਨ। PR ਲੈਣ ਦੇ ਲਈ 3 ਤੋਂ 4 ਮਹੀਨੇ ਦਾ ਪ੍ਰੋਸੈਸ ਹੁੰਦਾ ਹੈ। PR ਲੈਣ ਦੇ ਲਈ ਤੁਹਾਨੂੰ ਕੋਲ ਜੇ TRC ਆ ਫਿਰ ਹੀ ਤੁਸੀਂ PR ਲੈ ਸਕਦੇ ਹੋ। ਜੇ TRC ਤੁਹਾਡੇ ਕੋਲ ਹੈਗੀ ਆ, ਤੁਸੀਂ ਸ਼ੈਨਗਨ ਦਾ ਵੀਜ਼ਾ ਈਜ਼ੀਲੀ ਲੈ ਸਕਦੇ ਹੋ। ਇੰਡੀਆ ਨਾਲੋਂ ਤੁਸੀਂ ਜੇ ਅਪਲਾਈ ਕਰਦੇ ਹੋ ਤਾਂ ਇੰਡੀਆ ਦੇ ਵਿੱਚ ਕਈ ਪ੍ਰੋਬਲਮਸ ਆਉਂਦੀਆਂ। ਮੈਂ ਉਹੀ ਗੱਲ ਤੁਹਾਨੂੰ ਪੁੱਛਣਾ ਚਾਹੁੰਦਾ ਸੀਗਾ ਕਿ ਬੰਦਾ ਯੂਕਰੇਨ ਘੁੰਮ ਕੇ ਜਾ ਰਿਹਾ, ਠੀਕ ਹੈ, ਇਹ ਡਾਇਰੈਕਟ ਸ਼ੈਨਗਨ ਦਾ ਵੀ ਤਾਂ ਇੱਥੋਂ ਵੀਜ਼ੇ ਮਿਲ ਹੀ ਰਹੇ ਨੇ। ਜੀ ਮਿਲ ਰਹੇ ਨੇ, ਤੇ ਨਾ ਮਿਲਣ 'ਚ ਬਹੁਤ ਚੀਜ਼ਾਂ ਹੈਗਾ ਜੀ। ਆਪਣਾ ਕਈ ਏਜੰਟ ਕੀ ਕਰਦੇ, ਸਾਡਾ ਆਹ ਵੀਜ਼ਾ ਲੱਗਾ ਜੀ, ਸਾਡਾ ਆਹ ਵੀਜ਼ਾ ਲੱਗਾ, ਕਿੰਨੀਆਂ ਰਿਫਿਊਜ਼ਲਾਂ ਲੱਗੀਆਂ ਵੀ ਦਿਖਾਓ। ਇਦਾਂ ਦੀ ਚੀਜ਼ਾਂ ਕੋਈ ਨਹੀਂ ਦਿਖਾਉਂਦਾ। ਮੈਂ ਤੁਹਾਡੇ ਕੋਲ ਹੀ ਸਵਾਲ ਪੁੱਛਣਾ ਸੀ, ਤੁਹਾਡੇ ਕੋਲ ਯੂਕਰੇਨ ਦੀ ਕਿੰਨੀ ਰਿਫਿਊਜ਼ਲ ਲੱਗੀਆਂ? ਸਰ ਅੱਜ ਤੱਕ ਅਸੀਂ ਲਾਸਟ 6 ਮਹੀਨੇ ਤੋਂ ਕੋਵਿਡ ਤੋਂ ਬਾਅਦ ਅਸੀਂ ਯੂਕਰੇਨ ਕਰ ਰਹੇ ਹਾਂ। ਰੱਬ ਦੀ ਦਇਆ ਨਾਲ ਕੋਈ ਵੀ ਵੀਜ਼ਾ ਅੱਜ ਤੱਕ ਸਾਡਾ ਰਿਫਿਊਜ਼ ਨਹੀਂ ਹੋਇਆ ਯੂਕਰੇਨ ਦਾ। ਜਿੰਨੀਆਂ ਸਾਡੇ ਵੀਜ਼ਾ ਯੂਕਰੇਨ ਦੇ ਅਸੀਂ ਅਪਲਾਈ ਕੀਤੇ ਆ, ਵੀਜ਼ਾ 100% ਸਾਰਿਆਂ ਦਾ ਸਕਸੈਸ ਰੇਟ ਆ। ਤੇ ਅਸੀਂ ਗੱਲ ਕਰ ਰਹੇ ਸੀ ਯੂਕਰੇਨ ਤੋਂ ਸ਼ੈਨਗਨ ਦੀ। ਨਾ ਆਪਾਂ ਇੰਡੀਆ ਤੋਂ ਕਿਉਂ ਨਹੀਂ ਅਪਲਾਈ ਕਰ ਸਕਦੇ ਡਾਇਰੈਕਟ? ਤੇ ਇੱਕ ਦੂਜੀ ਗੱਲ ਹੈ ਕਿ ਕਿੰਨੇ % ਚਾਂਸਸ ਹੈਗੇ ਨੇ ਫਰੋਮ ਯੂਕਰੇਨ ਟੂ ਸ਼ੈਨਗਨ ਔਰ ਫਰੋਮ ਇੰਡੀਆ ਟੂ ਸ਼ੈਨਗਨ? ਅਸੀਂ ਪਹਿਲਾਂ ਉਰੇ ਗੱਲ ਕਰਦੇ ਹਾਂ ਇੰਡੀਆ ਟੂ ਸ਼ੈਨਗਨ ਦੀ। ਇੰਡੀਆ ਦੇ ਵਿੱਚ ਜੇ ਬੱਚਾ ਸਪੋਜ਼ 25 ਸਾਲ ਉਹਦੀ ਉਮਰ ਆ, ਉਹਨੇ 17 ਸਾਲ ਦੀ ਉਮਰ ਦੇ ਵਿੱਚ ਜਾਂ 18 ਸਾਲ ਦੀ ਉਮਰ ਦੇ ਵਿੱਚ 12ਵੀਂ ਕੀਤੀ, 18 ਤੋਂ ਲੈ ਕੇ 25 ਤੱਕ ਉਹਦਾ 7 ਸਾਲ ਦਾ ਗੈਪ ਹੋ ਗਿਆ। ਉਹਦੇ ਕੋਲ ਇੱਥੇ ਡਾਕੂਮੈਂਟ ਨਹੀਂ ਹੈ ਕੋਈ ਕਿ ਉਹ ਕੀ ਕਰ ਰਿਹਾ, ਫ੍ਰੀ ਹੈ, ਉਹਦੇ ਕੋਲ ਕੋਈ ITR ਨਹੀਂ ਹੈ, ਉਹਨੇ ਕੀ ਕਰਨ ਜਾਣਾ? ਹਰ ਕੰਟਰੀ ਪੁੱਛਦੀ ਤੁਸੀਂ ਸਾਡੀ ਕੰਟਰੀ ਆ ਰਹੇ ਹੋ, ਕਰਨ ਕੀ ਆ ਰਹੇ ਹੋ? ਉਹਦੇ ਕੋਲ ਕੋਈ ਇੱਥੇ ਲਾਇਬਿਲਿਟੀ ਨਹੀਂ ਹੈ ਕਿ ਉਹ ਵਾਪਸ ਆਏਗਾ। ਇੱਥੇ ਕੀ ਕਰਦੇ ਏਜੰਟ ਕਿ ਹਾਂ ਵੀ ਹੋਟਲ ਬੁਕਿੰਗ ਲਾਤੀ, ਫਲਾਣੇ ਡਾਕੂਮੈਂਟ ਲਾਤੇ, ਕੋਈ ਡੁਪਲੀਕੇਟ ਡਾਕੂਮੈਂਟਸ ਲਾਤੇ, ਵੀਜ਼ਾ ਅਪਲਾਈ ਕਰਤਾ, ਵੀਜ਼ਾ ਰਿਫਿਊਜ਼ ਹੋ ਗਿਆ। ਔਰ ਇਹ ਪ੍ਰੋਬਲਮ ਆਉਂਦੀ ਹੈ ਜੇ ਅਸੀਂ ਯੂਕਰੇਨ ਤੋਂ ਸ਼ੈਨਗਨ ਦਾ ਵੀਜ਼ਾ ਅਪਲਾਈ ਕਰਦੇ ਹਾਂ। ਵੀਜ਼ਾ ਦੇ ਚਾਂਸਸ ਹਾਈ ਕਿਉਂ ਨੇ? ਇਹਦਾ ਰੀਜ਼ਨ ਇੱਕ ਇਹ ਆ ਕਿ ਤੁਸੀਂ ਯੂਕਰੇਨ ਦੇ ਵਿੱਚ ਸਟੱਡੀ ਕਰ ਰਹੇ ਹੋ, ਤੁਸੀਂ ਸਾਲ ਦੀ ਫੀਸ ਉੱਤੇ ਪੇ ਕੀਤੀ ਹੋਈ ਹੈ, ਤੁਸੀਂ 4-5 ਮਹੀਨੇ ਤੋਂ ਉੱਥੇ ਯੂਕਰੇਨ ਰਹਿ ਰਹੇ ਹੋ, ਤੁਹਾਡੇ ਕੋਲ ਯੂਕਰੇਨ ਦੀ TRC ਹੈ, ਟੈਂਪਰੇਰੀ ਰੈਜ਼ੀਡੈਂਸ ਤੁਸੀਂ ਯੂਕਰੇਨ ਦੇ ਹੈਗੇ ਹੋ। TRC ਤੋਂ ਬਾਅਦ ਤੁਸੀਂ ਸ਼ੈਨਗਨ ਦਾ ਵੀਜ਼ਾ ਲੈ ਰਹੇ ਹੋ। ਵੀਜ਼ਾ ਆਫਿਸਰ ਨੂੰ ਤੁਸੀਂ ਕਿਹੜੇ ਡਾਕੂਮੈਂਟਸ ਦਿਖਾਓਗੇ? ਤੁਸੀਂ ਇੰਡੀਆ ਦੇ ਡਾਕੂਮੈਂਟਸ ਨਹੀਂ ਦਿਖਾਓਗੇ, ਤੁਸੀਂ ਯੂਕਰੇਨ ਤੋਂ ਸ਼ੈਨਗਨ ਦੇ ਲਈ ਯੂਕਰੇਨ ਦੇ ਵੀ ਡਾਕੂਮੈਂਟਸ ਦਿਖਾਓਗੇ। ਤੁਹਾਡੀ TRC ਲੱਗੇਗੀ ਉੱਥੇ ਦੀ। ਪਾਸਪੋਰਟ ਤਾਂ ਇੰਡੀਅਨ ਹੀ ਹੈ। ਪਰ ਸਰ ਪਾਸਪੋਰਟ ਇੰਡੀਅਨ ਹੈ, ਬਟ ਉਹ ਸਟੱਡੀ ਉੱਥੇ ਕਰ ਰਿਹਾ, ਸਟੂਡੈਂਟ ਵੀਜ਼ਾ ਉਹਦੇ ਕੋਲ। ਸਟੂਡੈਂਟ ਵੀਜ਼ਾ ਜੇ ਤੁਹਾਡੇ ਕੋਲ ਹੈਗਾ, ਵੀਜ਼ਾ ਆਫਿਸਰ ਨੂੰ ਵੀ ਉੱਥੇ ਪਤਾ ਕਿ ਹਾਂ ਵੀ ਬੱਚਾ ਇੱਥੇ ਆ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰ ਰਿਹਾ। ਜੇ ਉਹਨੇ ਛੁੱਟੀ ਲਈ ਅਪਲਾਈ ਕੀਤਾ, 7 ਦਿਨ ਦੀ ਛੁੱਟੀ ਲਈ, ਉਹ ਸਪੋਜ਼ ਪੋਲੈਂਡ ਜਾ ਰਿਹਾ, ਪੁਰਤਗਾਲ ਜਾ ਰਿਹਾ, ਤੇ ਉਹ 7 ਦਿਨ ਦੀ ਛੁੱਟੀ ਤੋਂ ਬਾਅਦ ਵਾਪਸ ਆਏਗਾ। ਉਹਦੀ ਅਕੋਮੋਡੇਸ਼ਨ ਸਾਲ ਦੀ ਉਹਨੇ ਪੇ ਕੀਤਾ ਹੋਇਆ, ਉਹਦੀ ਸਾਲ ਦੀ ਫੀਸ ਜਿਹੜੀ ਆ ਉਹ ਪੇ ਕੀਤੀ ਹੋਈ ਆ, ਉਹ ਵੀਜ਼ਾ ਲੈ ਕੇ ਵਾਪਸ ਵੀ ਆਏਗਾ। ਤਾਂ ਇੱਕ ਵੱਡੀ ਲਾਇਬਿਲਿਟੀ ਜਿਹੜੀ ਆ ਯੂਨੀਵਰਸਿਟੀ ਰੋਲ ਦੇ ਵਿੱਚ ਪ੍ਰੈਜ਼ੈਂਟ ਕਰਦੀ ਆ ਬੱਚੇ ਦਾ ਵੀਜ਼ਾ ਲੈਣ ਦੇ ਵਿੱਚ। ਮਤਲਬ ਇਹ ਹੈ ਕਿ ਜੈਨੂਇਨਲੀ ਜੇ ਤੁਸੀਂ ਇੰਡੀਆ ਤੋਂ ਗਏ ਤੇ ਤੁਹਾਨੂੰ ਸ਼ਾਇਦ ਉੱਥੇ ਉਹੀ ਭੇਡ ਚਾਲ ਵਾਲੀ ਗੱਲ ਆ ਜਾਊਗੀ ਕਿ ਤੁਹਾਨੂੰ ਰਿਫਿਊਜ਼ਲ ਲੱਗ ਸਕਦੀ ਹੈ। ਮੈਂ ਇਹ ਨਹੀਂ ਕਹਿੰਦਾ ਕਿ 100% ਰਿਫਿਊਜ਼ਲ ਲੱਗੇਗੀ, ਕੁਝ % ਲੱਗ ਸਕਦੀ ਹੈ, ਆਈ ਐਮ ਨਾਟ ਸ਼ੋਰ ਅਬਾਊਟ ਦੈਟ, ਬਟ ਹਾਂ,
ਯੂਕਰੇਨ ਤੋਂ ਇਹ ਹੈ ਕਿ ਹਾਂ ਵੀ ਯੂਕਰੇਨ ਤੇ ਤੁਸੀਂ ਉੱਥੇ ਜਾ ਕੇ ਸਟੱਡੀ ਕਰ ਚੁੱਕੇ ਹੋ, ਤੁਸੀਂ ਯੂਕਰੇਨ ਦੀ ਐਮਬੈਸੀ ਨੂੰ ਪ੍ਰੂਵ ਕਰ ਚੁੱਕੇ ਹੋ ਕਿ ਤੁਸੀਂ ਜੈਨੂਇਨ ਹੋ। ਦੈਟ ਮੀਨਸ ਕਿ ਯੂਕਰੇਨ ਦੀ ਐਮਬੈਸੀ ਤੁਹਾਡੇ ਤੇ ਭਰੋਸਾ ਕਰ ਰਹੀ ਹੈ, ਤੇ ਜੇ ਯੂਕਰੇਨ ਦੀ ਐਮਬੈਸੀ ਤੁਹਾਡੇ ਤੇ ਭਰੋਸਾ ਕਰ ਰਹੀ ਹੈ ਤੇ ਸ਼ੈਨਿੰਗਨ ਦੀਆਂ ਐਮਬੈਸੀਆਂ ਵੀ ਤੁਹਾਡੇ ਤੇ ਭਰੋਸਾ ਕਰਨਗੀਆਂ। ਇਹੀ ਮਤਲਬ ਇਹਦਾ। ਜੀ ਮਤਲਬ ਇਹੀ ਹੈ ਕਿ ਜੇ ਤੁਸੀਂ ਯੂਕਰੇਨ ਤੋਂ ਸ਼ੈਨਿਗਨ ਦਾ ਵੀਜ਼ਾ ਲੈ ਰਹੇ ਹੋ ਤਾਂ ਤੁਹਾਡੇ ਕੋਲ ਲਾਇਬਿਲਿਟੀ ਪ੍ਰੋਪਰ ਹੈਗੀ ਹੈ। ਵੀਜ਼ਾ ਲੈ ਰਹੇ ਹੋ, ਜੈਨੂਇਨ ਤਰੀਕੇ ਨਾਲ ਵੀਜ਼ਾ ਲੈ ਰਹੇ ਹੋ, ਜੈਨੂਇਨ ਡਾਕੂਮੈਂਟਸ ਲਗਾ ਰਹੇ ਹੋ, TRC ਲਗਾ ਰਹੇ ਹੋ, ਬੈਂਕ ਅਕਾਊਂਟਸ ਉੱਥੇ ਤੇ ਲਗਾ ਰਹੇ ਹੋ, ਜਿੱਥੇ ਜੌਬ ਕਰ ਰਹੇ ਹੋ ਟੈਕਸ ਲਗਾ ਰਹੇ ਹੋ। ਇੱਥੇ ਸਾਡੇ ਕੋਲ ਕੁਝ ਨਹੀਂ ਹੈ। ਜੇ ਅਸੀਂ ਘੱਟ ਖਰਚੇ ਦੇ ਵਿੱਚ ਯੂਕਰੇਨ ਜਾ ਰਹੇ ਹਾਂ ਤੇ ਜੇ ਯੂਕਰੇਨ ਤੋਂ ਅਸੀਂ ਸ਼ੈਨਿਗਨ ਕੰਟਰੀਜ਼ 'ਚ ਜਾ ਰਹੇ ਹਾਂ, ਜਰਮਨੀ, ਇਟਲੀ, ਫਰਾਂਸ, ਪੁਰਤਗਾਲ, ਪੋਲੈਂਡ, ਸਲੋਵੇਨੀਆ, ਲਿਥੂਨੀਆ, ਲਾਤਵੀਆ, 26 ਕੰਟਰੀਆਂ ਸ਼ੈਨਿਗਨ 'ਚ ਆਉਂਦੀਆਂ। ਤੁਸੀਂ 26 ਕੰਟਰੀਆਂ ਦਾ ਵੀਜ਼ਾ ਯੂਕਰੇਨ ਤੋਂ ਬਹੁਤ ਹੀ ਘੱਟ ਖਰਚੇ 'ਚ ਲੈ ਸਕਦੇ ਹੋ। ਤੇ ਇਹ ਯੂਕਰੇਨ ਤੁਸੀਂ ਜਾਂਦੇ ਹੋ ਘੱਟ ਖਰਚਾ, ਯੂਕਰੇਨ ਤੋਂ ਸ਼ੈਨਿਗਨ ਜਾਂਦੇ ਹੋ ਘੱਟ ਖਰਚਾ, ਯੂਕਰੇਨ 'ਚ ਕੰਮ ਕਰਦੇ ਹੋ ਤੁਸੀਂ ਅਰਨ ਕਰਦੇ ਹੋ 50 ਤੋਂ 60 ਹਜ਼ਾਰ। ਬੱਚੇ ਦੇ ਲਈ ਇਹ ਬਹੁਤ ਹੀ ਗੋਲਡਨ ਓਪਰਚੁਨਿਟੀ ਹੈ ਯੂਕਰੇਨ ਦਾ ਸਟੂਡੈਂਟ ਵੀਜ਼ਾ। ਮੈਂ ਇੱਥੇ ਇੱਕ ਗੱਲ ਹੋਰ ਐਡ ਕਰਨੀ ਚਾਹਾਂਗਾ। ਯੂਕਰੇਨ ਬਹੁਤ ਪੋਟੈਂਸ਼ੀਅਲ ਇਸ ਵੇਲੇ ਦਿਖ ਰਿਹਾ ਮੈਨੂੰ, ਜਿੱਥੋਂ ਤੱਕ ਲੱਗ ਰਿਹਾ, ਕਿਉਂਕਿ ਭਾਜੀ ਉਹਨਾਂ ਦੀ ਗੱਲਾਂ ਤੋਂ ਮੈਨੂੰ ਲੱਗ ਰਿਹਾ ਕਿ ਬੱਚਿਆਂ ਲਈ ਬਹੁਤ ਵਧੀਆ ਓਪਰਚੁਨਿਟੀ ਹੈ। ਤੇ ਦੂਸਰੀ ਗੱਲ ਇਹ ਹੈ ਕਿ ਯੂਕਰੇਨ ਤੋਂ ਤੁਹਾਨੂੰ ਅੱਗੇ ਬਹੁਤ ਰਸਤੇ ਖੁੱਲੇ ਨੇ। ਇਹ ਨਹੀਂ ਹੈ ਕਿ ਯੂਕਰੇਨ ਤੋਂ ਬਾਅਦ ਤੁਸੀਂ ਯੂਕਰੇਨ ਜੋਗੇ ਰਹਿ ਜਾਓਗੇ। ਏਜੰਟ ਕਹਿੰਦੇ ਨੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਠੀਕ ਹੈ, ਬੱਚਾ ਤੁਹਾਡਾ ਉੱਥੇ ਪਹੁੰਚ ਗਿਆ, ਉੱਥੇ ਉਹਨੂੰ ਕੋਈ 에ਅਰਪੋਰਟ ਤੇ ਅਸਿਸਟੈਂਸ ਨਹੀਂ ਮਿਲੀ, ਉੱਥੇ ਕੋਈ ਉਹਨੂੰ ਰਹਿਣ ਵਾਸਤੇ ਨਹੀਂ ਮਿਲਿਆ, ਬੱਚਾ ਤੁਹਾਡਾ ਖੱਜਲ ਖਵਾਰ ਹੋ ਰਿਹਾ, ਤੁਹਾਨੂੰ ਉਹ ਪੈਸੇ ਦਿੱਤੇ ਵੀ ਚੁਭਣੇ ਨੇ। ਇੱਥੇ ਤੁਹਾਨੂੰ ਪੈਕੇਜ ਦੇ ਵਿੱਚ ਹੀ ਇੰਨਾ ਕੁਝ ਮਿਲ ਰਿਹਾ, ਤੁਹਾਨੂੰ ਇੰਸ਼ੋਰੈਂਸ ਮਿਲ ਰਿਹਾ, ਸਭ ਕੁਝ ਮਿਲ ਰਿਹਾ। ਤੇ ਦੂਜੀ ਗੱਲ ਇਹ ਹੈ ਕਿ ਪੈਸੇ ਜਿਹੜੇ ਆ ਨਾ, ਤੁਸੀਂ ਐਡਵਾਂਸ 'ਚ ਕੁਝ ਨਹੀਂ ਦੇਣਾ। ਪ੍ਰੋਸੈਸਿੰਗ ਫੀਸ, ਕੋਈ ਫਾਈਲਿੰਗ ਚਾਰजेस ਨਹੀਂ। ਹਾਂ, ਮੈਡੀਕਲ ਚਾਰਜ ਜਿਹੜਾ ਕਰਾਉਣਾ ਹੈ ਉਹਦੇ ਸਰ ਮੈਡੀਕਲ ਦੇ ਚਾਰजेस 1500 ਆ, ਉਹ ਬੱਚਾ ਆਪ ਪੇ ਕਰੇਗਾ। ਉਹਦਾ ਰੀਜ਼ਨ ਇੱਕ ਇਹ ਆ ਕਿ ਹੁਣ ਕੋਈ ਬੱਚਾ ਆਇਆ ਉਹਨੂੰ ਕਾਲਾ ਪੀਲੀਆ ਨਿਕਲ ਜਾਂਦਾ ਹੈ, ਉਹਨੂੰ ਏਡਸ ਆ ਜਾਂਦਾ, ਰੱਬ ਖੁਦਾ ਨਾ ਖਾਸਤਾ ਕੋਈ ਪ੍ਰੋਬਲਮ ਆ ਜਾਂਦੀ ਹੈ, ਉਹਦੇ ਵਿੱਚ ਸਾਡੀ ਰਿਸਪੌਂਸਿਬਿਲਿਟੀ ਹੈ, ਸਾਡੀ ਲਾਇਬਿਲਿਟੀ ਨਹੀਂ ਰਹਿੰਦੀ, ਕਿਉਂਕਿ ਉਹਦੀ ਹੈਲਥ ਹੈ, ਉਹਦੀ ਹੈਲਥ ਦੇ ਚਾਰजेस ਉਹ ਆਪ ਪੇ ਕਰੇ। ਮੈਡੀਕਲ ਭਾਵੇਂ ਜਿੱਥੋਂ ਮਰਜ਼ੀ ਕਰਾ ਸਕਦਾ ਬੱਚਾ। ਇਹ ਜਿਹੜੀ ਇੱਕ ਪ੍ਰੋਸੈਸ ਹੈ, ਭਾਜੀ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਸਮਝਾਇਆ। ਮੈਂ ਭਾਜੀ ਤੋਂ ਇੱਕ ਰਿਕੁਐਸਟ ਕਰੂੰਗਾ ਛੋਟੀ ਜੀ, ਇੱਕ ਮੈਸੇਜ ਦਿਓ ਜਿਹੜੀ ਅੱਜ ਦੇ ਯੂਥ ਲਈ, ਅੱਜ ਦਾ ਜਿਹੜਾ ਯੂਥ ਹੈ, ਆਪਾਂ ਵੀ ਤੁਸੀਂ ਬਹੁਤ ਯੰਗ ਹੋ ਭਾਜੀ, ਇੱਕ ਜਿਹੜਾ ਅੱਜ ਦਾ ਯੂਥ ਹੈ ਇੱਕ ਵਿਗੜ ਚੁੱਕਾ ਹੈ ਕਹਿ ਸਕਦੇ ਹੋ। ਸ਼ਾਇਦ ਕਿਸਾਨ ਐਜੀਟੇਸ਼ਨ ਨੇ ਉਹਨੂੰ ਥੋੜਾ ਲਾਈਨ ਤੇ ਲਿਆਂਦਾ ਹੈ, ਬਟ ਹਾਲੇ ਵੀ ਕਈ ਡੈਥਸ ਹੋ ਰਹੀਆਂ ਨੇ ਨਸ਼ੇ ਦੇ ਕਰਕੇ ਜਾਂ ਕੁਝ ਕਰਕੇ। ਐਡਾ ਵਧੀਆ ਤਰੀਕਾ ਤੁਹਾਡੇ ਸਾਹਮਣੇ ਆ ਦੋਸਤੋ, ਤੁਹਾਡੇ ਸਾਹਮਣੇ ਆ ਪ੍ਰੂਫਸ। ਵੀ ਆਰ ਗਿਵਿੰਗ ਪ੍ਰੂਫਸ ਐਂਡ ਲਾਈਵ ਪ੍ਰੂਫਸ। ਇਹ ਵੀਜ਼ਾਸ ਦੇ ਪ੍ਰੂਫ ਦੇ ਰਹੇ ਤੁਹਾਨੂੰ, ਠੀਕ ਹੈ। ਇੱਕ ਪੈਕੇਜ ਦੇ ਰਹੇ ਹਾਂ ਜਿਸ 'ਚ ਅਸੀਂ ਲਾਲਚ ਨਹੀਂ ਦਿਖਾ ਰਹੇ। ਇਹ ਯੂਥ ਲਈ ਇੱਕ ਬਹੁਤ ਵੱਡਾ ਓਪਰਚੁਨਿਟੀ ਹੈ। ਵੱਡੀ ਕੰਟਰੀਆਂ ਦੇ ਪਿੱਛਾ ਛੱਡ ਦਿਓ, ਉੱਥੇ ਤੁਹਾਨੂੰ ਮਿਸਗਾਈਡ ਕਰਕੇ ਤੁਹਾਨੂੰ ਬਹੁਤ ਜ਼ਿਆਦਾ ਤੰਗ ਕੀਤਾ ਜਾਂਦਾ ਹੈ। ਪਿੱਛੇ ਜੇ ਸਟੋਰੀਜ਼ ਵੀ ਕਈ ਆਈਆਂ ਸੀ, ਡੋਂਕੀਜ਼ ਕਰਤਾ, ਇਹ ਕਰਤਾ, ਬੱਚੇ ਮਰ ਵੀ ਗਏ, ਲੱਭਾ ਹੀ ਨਹੀਂ। ਕਈ ਮਾਵਾਂ ਰੋਂਦੀਆਂ ਨੇ। ਸਹੀ ਤਰੀਕੇ ਨਾਲ ਛੋਟੀ ਕੰਟਰੀ ਚੱਲ ਜਾਓ, ਬਾਅਦ 'ਚੋਂ ਬੰਦਾ ਮਾਈਗ੍ਰੇਟ ਕਰ ਜਾਂਦਾ ਕਿਤੇ ਨਾ ਕਿਤੇ, ਠੀਕ ਹੈ। ਅੱਗੇ ਜੀ ਨੈਕਸਟ ਹੈਗਾ ਜੀ ਆਪਣਾ, ਇਹਦੇ ਵਿੱਚ ਮੈਂ ਇੱਕ ਚੀਜ਼ ਤੁਹਾਨੂੰ ਹੋਰ ਦੱਸਣੀ ਚਾਹੂੰਗਾ ਕਿ ਜੇ ਕੋਈ ਬੱਚਾ ਜਾ ਰਿਹਾ ਉੱਥੇ, ਤਾਂ ਉੱਥੇ ਜਾ ਕੇ ਜੇ ਉਹਨੂੰ ਕਿਸੇ ਚੀਜ਼ ਦੀ ਜੌਬ ਦੀ ਅਸਿਸਟੈਂਸ ਦੀ ਰਿਕੁਆਇਰਮੈਂਟ ਹੈ ਤਾਂ ਉਹ ਵੀ ਅਸੀਂ ਜੌਬ ਅਸਿਸਟੈਂਸ ਵੀ ਉਹਨੂੰ ਪ੍ਰੋਵਾਈਡ ਕਰਵਾ ਸਕਦੇ ਹਾਂ। ਤੇ ਆਫਟਰ ਦਾ ਸਟੱਡੀ ਔਰ ਡਿਊਰਿੰਗ ਸਟੱਡੀਜ਼ ਹੀ ਕੈਨ ਵਰਕ। ਡਿਊਰਿੰਗ ਸਟੱਡੀਜ਼ ਬੱਚਾ ਕੰਮ ਕਰ ਸਕਦਾ 20 ਆਵਰਸ ਇਨ ਅ ਵੀਕ। TRC ਤੋਂ ਬਾਅਦ ਫੁੱਲ ਟਾਈਮ ਵੀ ਕਈ ਆਪਸ਼ਨਸ ਹੁੰਦੇ ਆ ਕਿ ਤੁਸੀਂ ਫੁੱਲ ਟਾਈਮ ਵੀ ਕੰਮ ਕਰ ਸਕਦੇ ਹੋ। ਜੇ ਉੱਥੇ ਜਾ ਕੇ ਬੱਚਾ ਟੈਕਸੀ ਡਰਾਈਵਰ ਦਾ ਵਿੱਚ ਕੰਮ ਕਰਦਾ ਤਾਂ ਇੰਡੀਆ ਦਾ ਨਾ ਕਰਦੇ ਤੁਸੀਂ 60 ਤੋਂ 70 ਹਜ਼ਾਰ ਵੀ ਕਮਾ ਸਕਦੇ ਹੋ। ਜਿਹੜਾ ਇੰਡੀਆ ਦਾ ਲਾਇਸੈਂਸ ਆ ਉਹ ਵੀ ਉੱਥੇ ਵੈਲਿਡ ਆ। ਇੰਡੀਆ ਦਾ ਲਾਇਸੈਂਸ ਉੱਥੇ ਵੈਲਿਡ ਹੈ ਜੀ। ਇਹ ਯੂਰਪੀਅਨ ਕੰਟਰੀ ਹੈ ਨਾ? ਜੀ, ਯੂਰਪੀਅਨ ਕੰਟਰੀ ਹੈ। ਉੱਥੇ ਜਾ ਕੇ ਤੁਹਾਡੇ ਜਿਹੜਾ ਲਾਇਸੈਂਸ ਹੋਣਾ ਉਹਨੂੰ ਟਰਾਂਸਲੇਸ਼ਨ ਕਰਵਾਉਣੀ ਆ, ਉਹਦੇ IDs ਬਣਵਾਉਣੀਆਂ, ਉਹ ਵੀ ਉਹਦੇ ਵਿੱਚ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ। ਉੱਥੇ ਵੀ ਜਾ ਕੇ ਤੁਹਾਨੂੰ ਮਤਲਬ ਛੱਡਣਾ ਨਹੀਂ ਹੈ, ਅਸੀਂ ਤੁਹਾਨੂੰ ਪੂਰੀ ਉੱਥੇ ਮਤਲਬ PR ਦਵਾ ਕੇ ਛੱਡਾਂਗੇ, ਹੈ ਨਾ? ਬਿਲਕੁਲ ਜੀ, ਬਿਲਕੁਲ। ਤੇ ਇੱਕ ਗੱਲ ਹੋਰ ਸਰ ਮੈਂ ਪੁੱਛਣੀ ਚਾਹਾਂਗਾ ਕਿ ਜਿਹੜਾ ਪੈਕੇਜ ਤੁਸੀਂ ਦੇ ਰਹੇ ਹੋ ਇਹ ਬੱਚਿਆਂ ਨੂੰ ਮਤਲਬ ਇੱਕ ਤਾਂ ਹੁੰਦਾ ਨਾ ਕਿ ਜਿੱਦਾਂ ਏਜੰਟ ਧੋਖਾ ਕਰ ਗਿਆ, ਜੀ, ਇੱਕ ਹੁੰਦਾ ਜੇ ਬੱਚਾ ਧੋਖਾ ਕਰ ਗਿਆ, ਇਹ ਪੈਸੇ ਨਾ ਮਿਲੇ ਫਿਰ। ਤੁਸੀਂ ਇਹ ਬਹੁਤ ਵਧੀਆ ਸਵਾਲ ਪੁੱਛਿਆ ਅਮਰੇ ਜੀ। ਅੱਜ ਦੇ ਟਾਈਮ ਦੇ ਵਿੱਚ ਕੀ ਹੁੰਦਾ ਸੀ ਪਹਿਲਾਂ ਕਿ ਬੱਚਾ ਏਜੰਟ ਦੇ ਮਗਰ ਦੌੜਦਾ ਸੀ। ਅੱਜ ਦੇ ਟਾਈਮ ਦੇ ਵਿੱਚ ਜੋ ਅਸੀਂ ਫੇਸ ਕਰ ਰਹੇ ਹਾਂ, ਅਸੀਂ ਵੀਜ਼ਾ ਲਵਾਤਾ, ਸਾਡੇ ਕੋਲ ਕੀ ਲਾਇਬਿਲਿਟੀ ਹੈ ਕਿ ਬੱਚਾ ਸਾਨੂੰ ਪੈਸੇ ਦੇਵੇਗਾ। ਇਸ ਕਰਕੇ ਅਸੀਂ ਗਵਰਨਮੈਂਟ ਤੋਂ ਸਾਡਾ ਲਾਇਸੈਂਸ ਹੈਗਾ, ਸਾਡਾ ਸਾਰਾ ਕੁਝ ਹੈਗਾ, ਅਸੀਂ ਪ੍ਰੋਪਰ ਬੱਚੇ ਦਾ ਇੱਕ ਸਟਾਂਪ ਰੈਡੀ ਕਰਦੇ ਹਾਂ। ਬੱਚੇ ਕੋਲੋਂ ਅਸੀਂ ਸਿਕਿਉਰਿਟੀ ਡਿਪੋਜ਼ਿਟ ਚੈੱਕ ਲੈਂਦੇ ਹਾਂ। ਬੀ ਫਰੈਂਕਲੀ ਤੁਹਾਨੂੰ ਮੈਂ ਔਨ 에ਅਰ ਤੁਹਾਨੂੰ ਦੱਸ ਰਿਹਾ ਚੀਜ਼ਾਂ ਕਿ ਬੱਚੇ ਦਾ ਅਸੀਂ ਸਿਕਿਉਰਿਟੀ ਚੈੱਕ ਲੈਂਦੇ ਹਾਂ ਕਿ ਕੱਲ੍ਹ ਨੂੰ ਸਾਨੂੰ ਵੀ ਕੋਈ ਗਰੰਟੀ ਚਾਹੀਦੀ ਹੈ। ਬੱਚਾ ਸਾਡੇ ਕੋਲ ਗਰੰਟੀ ਭਾਲਦਾ ਕਿ ਤੁਸੀਂ ਵੀਜ਼ਾ ਲਵਾ ਦੋਗੇ, ਅਸੀਂ ਪੈਸਾ ਦੇ ਦਾਂਗੇ। ਅਸੀਂ ਵੀਜ਼ਾ ਲਵਾਤਾ, ਤੁਸੀਂ ਪੈਸੇ ਦੋਗੇ, ਸਾਨੂੰ ਕੀ ਗਰੰਟੀ ਹੈ? ਹੁਣ ਅਸੀਂ ਤੁਹਾਡੇ ਮਗਰ ਕਿਸੇ ਕਿਹੜੇ ਸ਼ਹਿਰ ਅਸੀਂ ਜਾਂਦੇ ਰਵਾਂਗੇ ਤੁਹਾਡੇ ਮਗਰ। ਇਸ ਕਰਕੇ ਅਸੀਂ ਤੁਹਾਡੇ ਕੋਲ ਇੱਕ ਪ੍ਰੋਪਰ ਐਗਰੀਮੈਂਟ ਪਹਿਲਾਂ ਕਰਵਾਵਾਂਗੇ
ਪਲੱਸ ਤੁਹਾਡੇ ਕੋਲ ਸਿਕਿਉਰਿਟੀ ਚੈੱਕ ਲਵਾਂਗੇ ਕਿ ਇੰਨੀ ਪੇਮੈਂਟ ਦੇ ਵਿੱਚ ਤੁਹਾਡਾ ਅਸੀਂ ਆ ਸਾਰਾ ਐਗਰੀਮੈਂਟ ਰੈਡੀ ਕੀਤਾ ਆ, ਸਾਰਾ ਕੁਝ ਹੋਇਆ। ਇਸ ਪੇਮੈਂਟ ਜਦੋਂ ਤੁਹਾਡਾ ਵੀਜ਼ਾ ਆ ਜਾਏਗਾ ਤੁਸੀਂ ਇਹ ਪੇਮੈਂਟ ਸਾਨੂੰ ਦੇਣੀ ਹੈ ਕਿ ਸਾਡੇ ਕੋਲ ਕੱਲ ਨੂੰ ਕੋਈ ਸਾਨੂੰ ਵੀ ਪ੍ਰੋਬਲਮ ਨਾ ਹੋਵੇ। ਇਹ ਬਿਲਕੁਲ ਜੈਨੂਇਨ ਗੱਲ ਹੈ ਜਿਹੜੀ ਭਾਜੀ ਹੁਣਾਂ ਨੇ ਦੱਸੀ ਆ। ਡੀਸੀ ਇੰਟਰਨੈਸ਼ਨਲ ਜਦੋਂ ਤੁਹਾਡੀ ਬਾਂਹ ਫੜੇਗਾ ਨਾ ਤੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਟਿਲ ਯੂਰ ਆਈ ਥਿੰਕ ਟਿਲ ਜਦੋਂ ਤੱਕ ਤੁਸੀਂ ਉੱਥੇ ਬਾਹਰ ਹੋ। ਠੀਕ ਹੈ ਭਾਜੀ, ਮੈਂ ਮੈਸੇਜ ਦੀ ਗੱਲ ਕਰ ਰਿਹਾ ਸੀ ਯੂਥ ਲਈ। ਆਪਾਂ ਉਹਦੇ ਬਾਰੇ ਗੱਲ ਕਰੀਏ ਕਿ ਹਾਂ ਵੀ ਯੂਥ ਲਈ ਤੁਸੀਂ ਕੋਈ ਐਜ਼ ਅ ਯੂਥ ਆਈਕਨ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ? ਮੈਂ ਸਰ ਮੈਸੇਜ ਇੱਕ ਇਹੀ ਦੇਣਾ ਚਾਹੂੰਗਾ ਸਾਰੇ ਯੂਥ ਨੂੰ ਤੇ ਸਾਰਿਆਂ ਨੂੰ ਕਿ ਕਿਸੇ ਏਜੰਟ ਦੇ ਮਗਰ ਜਾਂ ਕਿਸੇ ਦੇ ਬੰਦੇ ਦੇ ਮਗਰ ਲਾਈ ਲੱਗ ਨਾ ਲੱਗੋ। ਜੇ ਤੁਸੀਂ ਕਿਸੇ ਚੀਜ਼ ਨੂੰ ਦੇਖ ਰਹੇ ਹੋ, ਅੱਖੀਂ ਦੇਖ ਰਹੇ ਹੋ, ਉੱਤੇ ਭਰੋਸਾ ਅੱਖਾਂ ਬੰਦ ਕਰਕੇ ਨਾ ਕਰੋ। ਤੁਸੀਂ ਸਾਡੇ ਕੋਲ ਵੀ ਜੇ ਆਉਂਦੇ ਆ ਅਸੀਂ ਤੁਹਾਨੂੰ ਪ੍ਰੂਫ ਵੀ ਦਿੰਦੇ ਆ। ਜਿਹੜੇ ਬੱਚੇ ਸਾਡੇ ਗਏ ਆ ਅਸੀਂ ਉਹਨਾਂ ਦੇ ਤੁਹਾਨੂੰ ਨੰਬਰ ਵੀ ਦਿੰਦੇ ਆ, ਤੁਸੀਂ ਬੱਚਿਆਂ ਨਾਲ ਬੇਸ਼ੱਕ ਗੱਲ ਵੀ ਕਰ ਸਕਦੇ ਹੋ। ਮੇਰਾ ਤੁਹਾਡੇ ਸਭ ਨੂੰ ਇੱਕ ਮੈਸੇਜ ਇਹੀ ਆ ਕਿ ਕਿਸੇ ਦੇ ਲਾਈ ਲੱਗ ਨਾ ਲੱਗੋ। ਜਿਹੜਾ ਤੁਸੀਂ ਪੈਸਾ ਕਮਾਇਆ ਹੈ ਕੋਈ 2 ਨੰਬਰ ਦਾ ਪੈਸਾ ਨਹੀਂ ਹੈ, ਤੁਹਾਡੇ ਮਾਂ-ਬਾਪ ਦੀ ਹੱਡ ਦੀ ਕਮਾਈ ਆ, ਤੁਹਾਡੀ ਆਪਣੀ ਕਮਾਈ ਆ। ਇਹਨੂੰ ਖਰਾਬ ਨਾ ਕਰੋ ਕਿਸੇ ਦੇ ਲਾਈ ਲੱਗ ਕੇ ਜਾਂ ਕਿਸੇ ਏਜੰਟਾਂ ਦੇ ਮਗਰ ਲੱਗ ਕੇ। ਹਰ ਚੀਜ਼ ਨੂੰ ਪਹਿਲਾਂ ਦੇਖੋ, ਸਮਝੋ, ਪਰਖੋ, ਉਸ ਤੋਂ ਬਾਅਦ ਹੀ ਤੁਸੀਂ ਅਗਲਾ ਸਟੈਪ ਕਿਸੇ ਵੱਲ ਜਾਓ। ਅਭਿਸ਼ੇਕ ਜੀ ਥੈਂਕ ਯੂ ਵੈਰੀ ਮਚ ਜੀ, ਤੁਸੀਂ ਇੰਨਾ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ। ਤੇ ਇਮੈਜਿਨ ਅਬਰੋਡ ਪ੍ਰੋਗਰਾਮ ਵਿੱਚ ਅਸੀਂ ਫਿਰ ਤੁਹਾਡੇ ਕੋਲ ਅਗਲੀ ਵਾਰੀ ਜ਼ਰੂਰ ਆਵਾਂਗੇ। ਏਸੀ ਮੈਂ ਕੋਸ਼ਿਸ਼ ਨਹੀਂ ਕਰਾਂਗਾ, ਮੈਂ ਆਸ ਕਰਾਂਗਾ ਕਿ ਜਿਹੜਾ 100 ਦਾ ਹੈਗਾ ਤੇ 1000 ਦਾ ਹੋ ਜਾਵੇ ਤੇ ਬੱਚੇ ਬਹੁਤ ਵਧੀਆ ਤਰੀਕੇ ਨਾਲ ਬਾਹਰ ਸੈਟਲ ਹੋ ਜਾਣ। ਤੇ ਮੇਰਾ ਇੱਕ ਇਹ ਆਪਣੇ ਛੋਟੇ ਭਰਾਵਾਂ ਨਾਲ ਭੈਣਾਂ ਨਾਲ ਇੱਕ ਵਾਅਦਾ ਆ ਜਾਂ ਇੱਕ ਉਹਨਾਂ ਨਾਲ ਮੈਂ ਵਾਅਦਾ ਕਰਦਾ ਕਿ ਮੈਂ ਇਹਨਾਂ ਨੂੰ ਸਹੀ ਗਾਈਡ ਕਰਾਂਗਾ ਤੇ ਕਰਵਾਵਾਂਗਾ ਸਹੀ ਬੰਦਿਆਂ ਕੋਲੋਂ। ਤੇ ਧੰਨਵਾਦ।